ਸੰਧੂ ਸਾਹਿਬ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ ਹੋਏ ਸਨ। ਜਲੰਧਰ ਵਿੱਚ ਉਹਨਾਂ ਨੇ ਰੈਲੀ ਕੀਤੀ ਤੇ ਉਹਦੇ ਵਿੱਚ ਉਹਨਾਂ ਨੇ ਕਾਂਗਰਸ ਤੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੇ ਬੜੇ ਤਿੱਖੇ ਹਮਲੇ ਕੀਤੇ। ਕੀ ਕਿਹਾ ਜੀ ਮੋਦੀ ਸਾਹਿਬ ਨੇ? ਵਾਸੂ ਜੀ, ਕਿਸੇ ਵੀ ਸਿਆਸੀ ਪਾਰਟੀ ਲਈ, ਕਿਸੇ ਵੀ ਸਿਆਸੀ ਆਗੂ ਲਈ ਉਸ ਵੇਲੇ ਵੈਸੇ ਤਾਂ ਸਾਰਾ ਸਮਾਂ ਹੀ ਉਹ ਇੱਕ ਦੂਜੇ ਦੇ ਉੱਤੇ ਨਿਸ਼ਾਨੇ ਲਾਉਂਦੇ ਰਹਿੰਦੇ ਨੇ, ਪਰ ਜਦੋਂ ਚੋਣਾਂ ਦਾ ਮੌਸਮ ਹੁੰਦਾ, ਚੋਣਾਂ ਦਾ ਸਮਾਂ ਹੁੰਦਾ, ਵੋਟਾਂ ਪੈਣੀਆਂ ਨੇ, ਅੱਗੋਂ ਸੱਤਾ ਤਬਦੀਲੀ ਹੋਣੀ ਹੈ, ਸੱਤਾ ਚੱਲਰਾਬੰਦੀ ਹੋਣੀ ਹੈ, ਤੇ ਉਸ ਵੇਲੇ ਇਹ ਨਿਸ਼ਾਨੇ ਜਿਹੜੇ ਨੇ ਥੋੜੇ ਤੇਜ਼ ਹੋ ਜਾਂਦੇ ਨੇ ਤੇ ਹੋਰ ਵੱਧ ਜਾਂਦੇ ਨੇ। ਅੱਜ ਜਦੋਂ ਕਿ ਪੰਜਾਬ ਦੇ ਵਿੱਚ ਕੁਝ ਦਿਨ ਰਹਿ ਗਏ ਨੇ ਵੋਟਾਂ ਪੈਣ ਦੇ ਵਿੱਚ, 5 ਸੂਬਿਆਂ 'ਚ ਵੋਟਾਂ ਪੈ ਰਹੀਆਂ ਨੇ, 2 ਸੂਬੇ ਪੂਰੀ ਤਰ੍ਹਾਂ ਨਾਲ ਭੁਗਤ ਗਏ ਨੇ, ਉੱਤਰ ਪ੍ਰਦੇਸ਼ ਦਾ ਪ੍ਰੋਸੈਸ ਚੱਲ ਰਿਹਾ, ਪੰਜਾਬ ਦੇ ਵਿੱਚ 20 ਤਰੀਕ ਨੂੰ ਵੋਟਾਂ ਪੈਣੀਆਂ ਨੇ, ਥੋੜੇ ਦਿਨ ਰਹਿ ਗਏ ਨੇ। ਤਾਂ ਇਸ ਵੇਲੇ ਜਿਹੜਾ ਵੀ ਕੋਈ ਪਾਰਟੀ ਦਾ ਆਗੂ, ਜਿਹੜੀ ਵੀ ਪਾਰਟੀ ਮੈਦਾਨ ਦੇ ਵਿੱਚ ਆਉਂਦੀ ਆ ਕੇ ਗੱਲ ਕਰਦੀ ਹੈ ਨਾ, ਉਹਦੇ ਕੋਲ ਸਿਰਫ 2 ਨੁਕਤੇ ਹੁੰਦੇ ਆ। 2 ਨੁਕਤੇ ਕੀ ਆ? ਪਹਿਲਾ ਤਾਂ ਇਹ ਹੁੰਦਾ ਕਿ ਉਸਨੇ ਵਿਰੋਧੀਆਂ ਨੂੰ ਭੰਨਣਾ ਹੁੰਦਾ ਹੈ, ਜਾਂ ਉਹਨਾਂ 'ਚ ਨੁਕਸ ਕੱਢਣੇ ਹੁੰਦੇ ਆ, ਜਾਂ ਉਹਨਾਂ ਦੀਆਂ ਖਾਮੀਆਂ ਉਜਾਗਰ ਕਰਨੀਆਂ ਹੁੰਦੀਆਂ, ਤੇ ਲੋਕਾਂ ਨੂੰ ਇਹ ਦੱਸਣਾ ਹੁੰਦਾ ਹੈ ਕਿ ਇਹਨਾਂ ਦੇ ਵਿੱਚ ਇਹ ਖਾਮੀਆਂ ਨੇ, ਇਹ ਇਸ ਗੱਲ ਤੋਂ ਮਾੜੇ ਨੇ, ਇਸ ਗੱਲ ਤੋਂ ਮਾੜੇ ਨੇ, ਇਸ ਗੱਲ ਤੋਂ ਮਾੜੇ ਨੇ, ਤੇ ਇਹਨਾਂ ਦੇ ਮੁਕਾਬਲੇ ਅਸੀਂ ਬਹੁਤ ਚੰਗੇ ਹਾਂ। ਦੂਜੀ ਗੱਲ ਇਹ ਕਹਿਣੀ ਹੁੰਦੀ ਹੈ ਕਿ ਅਸੀਂ ਤੁਹਾਡੇ ਲਈ ਕੀ ਲੈ ਕੇ ਆਵਾਂਗੇ। ਮੇਰਾ ਖਿਆਲ ਹੈ ਇਹਦੇ ਤੋਂ ਇਲਾਵਾ ਤੀਜੀ ਕੋਈ ਚੀਜ਼ ਇਹਨਾਂ ਦੀ ਕੋਈ ਗੱਲ ਹੁੰਦੀ ਨਹੀਂ ਹੈ ਜਿਹੜੀ ਉਹ ਲੋਕਾਂ ਦੇ ਸਾਹਮਣੇ ਰੱਖ ਸਕਣ। ਤੇ ਅੱਜ ਕੱਲ੍ਹ ਸਾਰੀਆਂ ਪਾਰਟੀਆਂ ਜਿਹੜੀਆਂ ਪੰਜਾਬ ਵਿੱਚ ਰਹੀਆਂ ਨੇ, ਭਾਰਤੀ ਜਨਤਾ ਪਾਰਟੀ, ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਇਹ ਸਾਰੇ ਵੀ ਜਿਹੜੇ ਨੇ ਇਹੋ ਹੀ ਗੱਲਾਂ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕੱਲ ਜਲੰਧਰ ਦੇ ਵਿੱਚ ਆਪਣੀ ਰੈਲੀ ਨੂੰ ਸੰਬੋਧਨ ਕੀਤਾ, ਪਹਿਲੀ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਵਾਲੀ ਗੱਲ ਆਪਾਂ ਨੂੰ ਯਾਦ ਹੈ ਕਿ ਇੱਕ ਵਾਰੀ ਜਦੋਂ ਫਿਰੋਜ਼ਪੁਰ ਆਏ ਸੀ 5 ਜਨਵਰੀ ਨੂੰ, ਰੈਲੀ ਨਹੀਂ ਕਰ ਸਕੇ, ਸੁਰੱਖਿਆ ਕਾਰਨਾਂ ਦੀ ਗੱਲ ਉਠਾਈ ਗਈ ਸੀ, ਮੁੱਦਾ ਉਠਾਇਆ ਗਿਆ ਸੀ ਕਿ ਸੁਰੱਖਿਆ ਕਾਰਨਾਂ ਕਰਕੇ ਉਹਨਾਂ ਦੇ ਰਸਤੇ ਦੇ ਵਿੱਚ ਵਿਘਨ ਪੈ ਗਿਆ ਤੇ ਰੈਲੀ ਵਾਲੇ ਸਥਾਨ ਪਹੁੰਚ ਹੀ ਨਹੀਂ ਸਕੇ, ਇਸ ਕਰਕੇ ਰੈਲੀ ਨਹੀਂ ਕਰ ਸਕੇ। ਉਸ ਤੋਂ ਬਾਅਦ ਉਹਨਾਂ ਨੇ 2 ਵਰਚੁਅਲ ਰੈਲੀਆਂ ਉਲੀਕੀਆਂ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਰੈਲੀ ਦੇ ਵਿੱਚ ਉਹਨਾਂ ਨੇ ਲੁਧਿਆਣਾ ਜ਼ਿਲ੍ਹੇ ਦੇ, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵੋਟਰਾਂ ਨੂੰ, ਜਨਤਾ ਨੂੰ ਦਿੱਲੀ ਤੋਂ ਹੀ ਸੰਬੋਧਨ ਕੀਤਾ ਸੀ। ਵੱਡੀਆਂ ਵੱਡੀਆਂ ਟੀਵੀ ਸਕਰੀਨਾਂ ਲਾ ਕੇ ਲੋਕਾਂ ਤੱਕ ਉਹਨਾਂ ਦਾ ਸੰਦੇਸ਼ ਪਹੁੰਚਾਇਆ ਗਿਆ ਸੀ। ਤੇ ਦੂਜੀ ਰੈਲੀ ਇੱਕ ਹੋਰ ਉਹਨਾਂ ਨੇ ਰੱਖੀ ਸੀ, ਜਿਹਦੇ ਵਿੱਚ ਉਹਨਾਂ ਨੇ ਜਲੰਧਰ, ਕਪੂਰਥਲਾ, ਬਠਿੰਡਾ ਆਦਿ ਜ਼ਿਲ੍ਹਿਆਂ ਦੇ ਜਿਹੜੇ ਵੋਟਰ ਲੋਕ ਨੇ ਉਹਨਾਂ ਨੂੰ ਸੰਬੋਧਨ ਕਰਨਾ ਸੀ, ਪਰ ਉਹ ਰੱਦ ਕਰ ਦਿੱਤੀ ਗਈ। ਜਦੋਂ ਉਹ ਰੱਦ ਕੀਤੀ ਗਈ ਤਾਂ ਇਹ ਨਹੀਂ ਦੱਸਿਆ ਗਿਆ ਵੀ ਉਹ ਰੈਲੀ ਕਿਉਂ ਰੱਦ ਕੀਤੀ ਗਈ ਹੈ, ਪਰ ਉਸ ਰੈਲੀ ਨੂੰ ਰੱਦ ਕਰਨ ਦੇ ਨਾਲ ਅੱਗੇ 3 ਰੈਲੀਆਂ ਦਾ ਹੋਰ ਐਲਾਨ ਕਰ ਦਿੱਤਾ ਗਿਆ, ਜਿਨ੍ਹਾਂ ਚੋਂ ਪਹਿਲੀ ਕੱਲ ਜਲੰਧਰ 'ਚ ਹੋ ਗਈ ਹੈ, ਇੱਕ ਕੱਲ ਨੂੰ ਹੋਰ ਰੈਲੀ ਹੋਣੀ ਹੈ, ਇੱਕ ਪਰਸੋਂ ਨੂੰ ਹੋਰ ਹੋਣੀ ਹੈ, 2 ਰੈਲੀਆਂ ਜੋ ਉਹਨਾਂ ਦੀਆਂ ਹੋਰ ਹੋਣੀਆਂ ਜੀ। ਕੱਲ ਵਾਲੀ ਰੈਲੀ ਦੇ ਵਿੱਚ ਵਾਸੂ ਜੀ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਇਹ ਵੀ ਉਹੀ ਨੇ ਜੋ ਆਪਾਂ ਗੱਲ ਕਰ ਰਹੇ ਹਾਂ। ਉਹਨਾਂ ਨੇ ਕਾਂਗਰਸ ਦੀ ਆਲੋਚਨਾ ਕੀਤੀ ਹੈ ਕਿ ਕਾਂਗਰਸ ਜਿਹੜੀ ਪੰਜਾਬ ਦੀ ਕਾਂਗਰਸ ਸਰਕਾਰ ਹੈ। ਹੁਣ ਜਦੋਂ ਕਾਂਗਰਸ ਦੀ ਵੀ ਆਪਾਂ ਗੱਲ ਕਰਦੇ ਹਾਂ ਤੇ ਕਿਹੜੇ ਸੂਬੇ 'ਚ ਜਾ ਕੇ ਗੱਲ ਕਰਨੀ ਹੈ, ਫਿਰ ਉੱਥੋਂ ਦੇ ਮਾਹੌਲ ਅਨੁਸਾਰ ਉਹਨੂੰ ਢਾਲਿਆ ਜਾਂਦਾ ਹੈ। ਤੇ ਜੇ ਕੇਂਦਰ ਸਰਕਾਰ ਦੇ ਵਿੱਚ, ਜਾਣੀ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜੇ ਕਾਂਗਰਸ ਦੇ ਖਿਲਾਫ ਗੱਲ ਕਰਨੀ ਹੈ ਤੇ ਫਿਰ ਉਹ ਉਸ ਹਿਸਾਬ ਨਾਲ ਕੀਤੀ ਜਾਵੇਗੀ। ਪੰਜਾਬ ਦੇ ਵਿੱਚ ਇਸ ਹਿਸਾਬ ਨਾਲ ਗੱਲ ਕੀਤੀ ਗਈ ਕਿ ਜਿਹੜੀ ਪੰਜਾਬ ਦੀ ਕਾਂਗਰਸ ਸਰਕਾਰ ਹੈ ਉਹ ਰਿਮੋਟ ਕੰਟਰੋਲ ਦੇ ਨਾਲ ਦਿੱਲੀ ਤੋਂ ਚੱਲਦੀ ਹੈ, ਔਰ ਪਿਛਲੇ ਸਮੇਂ ਦੇ ਵਿੱਚ ਇਹ ਦੋਸ਼ ਲੱਗਦਾ ਰਿਹਾ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ। ਉਹਨਾਂ ਨੇ ਹਜੇ ਕਿ ਪੂਰੀ ਤਰ੍ਹਾਂ ਨਾਂ ਦਾ ਖੁਲਾਸਾ ਕਰਕੇ ਗੱਲ ਨਹੀਂ ਕਹੀ, ਪਰ ਇਹ ਜ਼ਰੂਰ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨਹੀਂ ਹੈ ਕਿ ਕੈਪਟਨ ਸਰਕਾਰ ਜਿਹੜੀ ਹੈ ਉਹਨੂੰ ਭਾਰਤ ਸਰਕਾਰ ਚਲਾ ਰਹੀ ਹੈ, ਭਾਵ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਚਲਾ ਰਹੀ ਹੈ। ਔਰ ਇਹ ਗੱਲ ਬਾਅਦ ਵਿੱਚ ਕਿਸੇ ਹੱਦ ਤੱਕ ਸਾਬਤ ਵੀ ਹੋ ਗਈ ਜਦੋਂ ਕੈਪਟਨ ਅਮਰਿੰਦਰ ਸਿੰਘ ਗੱਦੀ ਤੋਂ ਲੱਥੇ ਤੇ ਉਹ ਸਿੱਧੇ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਨਾਂ ਦਾ ਕਨੈਕਸ਼ਨ ਜੁੜ ਗਿਆ। ਇਹਦਾ ਮਤਲਬ ਹੈ ਕਿ ਉਹ ਇੱਕ ਦਿਨ ਤੱਕ ਜੁੜਿਆ ਨਹੀਂ, ਕਨੈਕਸ਼ਨ ਥੋੜਾ ਬਹੁਤਾ ਪਹਿਲਾਂ ਹੋਏਗਾ। ਇਸ ਤਰ੍ਹਾਂ ਦੀਆਂ ਗੱਲਾਂ ਤਾਂ ਹੀ ਕੀਤੀਆਂ ਜਾਂਦੀਆਂ ਸੀ, ਚਰਚੇ ਕੀਤੇ ਜਾਂਦੇ ਸੀ, ਪਰ ਉਹਨਾਂ ਨੇ ਇਹ ਨਿਸ਼ਾਨਾ ਲਾਇਆ ਕਿ ਜਿਹੜੀਆਂ ਇੱਥੋਂ ਦੀਆਂ ਸਰਕਾਰਾਂ ਹੁੰਦੀਆਂ ਨੇ ਉਹ ਆਪ ਨਹੀਂ ਕੰਮ ਕਰ ਸਕਦੀਆਂ, ਆਪਣੀ ਮਰਜ਼ੀ ਨਹੀਂ ਕਰ ਸਕਦੀਆਂ, ਉਹਨਾਂ ਨੂੰ ਸਾਰੇ ਦਿਸ਼ਾ ਨਿਰਦੇਸ਼ ਕੇਂਦਰ ਤੋਂ ਲੈਣੇ ਹੁੰਦੇ ਨੇ। ਵਾਸੂ ਜੀ, ਆਪਾਂ ਗੱਲ ਇੱਥੇ ਇਹ ਵੀ ਕਰ ਸਕਦੇ ਹਾਂ ਕਿ ਸਾਰੀਆਂ ਹੀ ਪਾਰਟੀਆਂ ਜਿਨ੍ਹਾਂ ਦੀ ਮਤਲਬ ਕੇਂਦਰ ਦੇ ਵਿੱਚ ਹਾਈ ਕਮਾਨ ਬੈਠਾ ਹੈ ਉਹ ਸਾਰੀਆਂ ਉੱਥੋਂ ਦਿਸ਼ਾ ਨਿਰਦੇਸ਼ ਲੈਂਦੀਆਂ ਨੇ। ਮੰਨ ਲਓ ਕੱਲ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣਦੀ ਹੈ ਤੇ ਕੀ ਉਹਨੂੰ ਹਾਈ ਕਮਾਨ ਤੋਂ ਦਿਸ਼ਾ ਨਿਰਦੇਸ਼ ਨਹੀਂ ਲੈਣੇ ਪੈਣਗੇ? ਜਾਂ ਅੱਜ ਜਦੋਂ ਚੋਣਾਂ ਹੋ ਰਹੀਆਂ ਨੇ, ਅੱਜ ਹਾਈ ਕਮਾਨ ਜਿਹੜਾ ਉਹ ਕੀ ਇਕੱਲੀ ਪੰਜਾਬ ਦੇ ਵਿੱਚ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ ਉਹ ਆਪਣੇ ਬਲਬੂਤੇ ਤੇ ਚੋਣਾਂ ਲੜ ਰਹੀ ਹੈ, ਜਾਂ ਸਾਰੇ ਪ੍ਰੋਗਰਾਮ ਆਪ ਤੈਅ ਕਰ ਰਹੀ ਹੈ? ਉਮੀਦਵਾਰਾਂ ਦੀ ਸੂਚੀ ਫਾਈਨਲ ਹੁੰਦੀ ਹੈ ਕੇਂਦਰ ਚੋਂ, ਰੈਲੀਆਂ ਦਾ ਪ੍ਰੋਗਰਾਮ ਬਣਦਾ ਹੈ ਕੇਂਦਰ ਚੋਂ, ਸਹੂਲਤਾਂ ਦੇਣ ਦਾ ਪ੍ਰੋਗਰਾਮ ਬਣਦਾ ਹੈ ਕੇਂਦਰ ਚੋਂ। ਬਾਕੀ ਸਾਰੀਆਂ ਪਾਰਟੀਆਂ ਵੀ ਤਾਂ ਇਹੋ ਕੁਝ ਕਰਦੀਆਂ ਨੇ। ਆਮ ਆਦਮੀ ਪਾਰਟੀ ਦੀ ਵੀ ਗੱਲ ਕਰ ਲਓ, ਹੁਣ ਇਸ ਵੇਲੇ ਇਕੱਲਾ ਭਗਵੰਤ ਮਾਨ ਜਿਹੜਾ ਉਹ ਆਪਣੇ ਬਲਬੂਤੇ ਤੇ ਸਾਰਾ ਕੁਝ ਨਹੀਂ ਕਰ ਰਿਹਾ,
ਉਹਦੇ ਪਿੱਛੇ ਵੀ ਕੇਜਰੀਵਾਲ ਬੈਠੇ ਨੇ, ਪ੍ਰੋਗਰਾਮ ਚਾਕ ਆਊਟ ਹੋ ਰਹੇ ਨੇ, ਕਿਸ ਤਰ੍ਹਾਂ ਕਰਨਾ ਹੈ, ਕੀ ਕਰਨਾ ਹੈ, ਕਿਹੜੀ ਗੱਲ ਦਾ ਜਵਾਬ। ਹਾਂ, ਇਕੱਲੀ ਅਕਾਲੀ ਦਲ ਜਿਹੜੀ ਲੋਕਲ ਲੀਡਰਸ਼ਿਪ ਹੈ ਉਹਨੂੰ ਆਪਣੇ ਫੈਸਲੇ ਜਿਹੜੇ ਨੇ ਉਹ ਲੋਕਲ ਹੀ ਕਰਨੇ ਪੈਂਦੇ। ਸੋ ਇਹ ਗੱਲਾਂ ਕਰਕੇ ਉਹਨਾਂ ਨੇ ਨਿਸ਼ਾਨਾ ਲਾਇਆ। ਦੂਜੀ ਗੱਲ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਕੀਤੀ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਨੇ ਸ਼ਰਾਬ ਦੇ ਠੇਕੇ ਖੁਲਵਾਉਣ ਤੋਂ ਬਗੈਰ ਗਲੀਆਂ ਮਹੱਲਿਆਂ ਦੇ ਵਿੱਚ ਹੋਰ ਕੋਈ ਕੰਮ ਨਹੀਂ ਕੀਤਾ। ਦੂਜੀ ਗੱਲ ਇਹ ਕੀਤੀ ਉਹਨਾਂ ਨੇ ਕਿ ਆਮ ਆਦਮੀ ਪਾਰਟੀ ਨੂੰ ਦੇਸ਼ ਦੀ ਸੁਰੱਖਿਆ ਦੇ ਨਾਲ ਕੋਈ ਸੰਬੰਧ ਨਹੀਂ, ਕੋਈ ਵਾਸਤਾ ਨਹੀਂ। ਜਦੋਂ ਅਸੀਂ ਸਰਜੀਕਲ ਸਟ੍ਰਾਈਕ ਕੀਤਾ ਸੀਗਾ ਪੁਲਵਾਮਾ ਦੇ ਉੱਤੇ ਜਿਹੜਾ ਅਟੈਕ ਹੋਇਆ ਸੀ, ਜਿੱਥੇ ਸਾਡੇ 40 ਦੇ ਕਰੀਬ ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਗਏ ਸੀ, ਉਹਦੇ ਤੋਂ ਬਾਅਦ ਜਿਹੜਾ ਸਰਜੀਕਲ ਸਟ੍ਰਾਈਕ ਹੋਇਆ ਸੀ ਉਸ ਦੇ ਉੱਤੇ ਆਮ ਆਦਮੀ ਪਾਰਟੀ ਨੇ ਸਵਾਲ ਉਠਾਏ ਸੀ। ਪ੍ਰਧਾਨ ਮੰਤਰੀ ਹੋਰਾਂ ਨੇ ਇਸ ਗੱਲ ਦੀ ਵੀ ਆਲੋਚਨਾ ਕੀਤੀ ਹੈ ਕਿ ਇਹੋ ਜਿਹੀਆਂ ਪਾਰਟੀਆਂ ਕੋਲੋਂ ਚੌਕਸ ਰਹਿਣਾ ਚਾਹੀਦਾ ਹੈ। ਇਹ ਪੰਜਾਬ ਨੂੰ ਨਸ਼ਾ ਮਾਫੀਆ ਦੇ ਹਵਾਲੇ ਕਰਨਾ ਚਾਹੁੰਦੇ ਨੇ ਇਹ ਲੋਕ, ਔਰ ਇਹ ਦੇਸ਼ ਦੀ ਸੁਰੱਖਿਆ ਦੇ ਨਾਲ ਵੀ ਜਿਹੜਾ ਸਮਝੌਤਾ ਕਰ ਸਕਦੇ ਨੇ ਉਹਦੇ ਉੱਤੇ ਵੀ ਕਿੰਤੂ ਪਰੰਤੂ ਕਰਦੇ ਨੇ, ਸਵਾਲ ਉਠਾਉਂਦੇ ਨੇ। ਇਹਨਾਂ ਤੋਂ ਵੀ ਸਾਨੂੰ ਸਾਵਧਾਨ ਰਹਿਣਾ ਚਾਹੀਦਾ। ਜੀ ਤੀਜੀ ਪਾਰਟੀ ਆ ਗਈ ਅਕਾਲੀ ਦਲ। ਅਕਾਲੀ ਦਲ ਦੇ ਵਿੱਚ ਉਹਨਾਂ ਨੇ ਕੀ ਨੁਕਸ ਕੱਢਿਆ ਹੈ ਕਿ ਜਿਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਸੀ ਪੰਜਾਬ ਦੇ ਵਿੱਚ, ਹਾਲਾਂਕਿ ਭਾਰਤੀ ਜਨਤਾ ਪਾਰਟੀ ਵੀ ਉਹਦੇ ਵਿੱਚ ਸ਼ਾਮਲ ਸੀ, ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਇਹ ਕਿਹਾ ਸੀ ਅਕਾਲੀ ਦਲ ਨੂੰ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਡਿਪਟੀ ਸੀਐਮ ਹੀ ਲੈ ਲਓ। ਮਨੋਰੰਜਨ ਕਾਲੀਆ ਦਾ ਨਾਮ ਵੀ ਪੇਸ਼ ਕੀਤਾ ਗਿਆ ਔਰ ਲਗਭਗ ਤਿਆਰੀਆਂ ਵੀ ਹੋ ਗਈਆਂ, ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਸੀ ਮੀਡੀਆ ਦੇ ਵਿੱਚ ਵੀ ਚਰਚਾ। ਹਾਂ, ਤੇ ਉਹਨਾਂ ਨੇ ਇਹ ਕਿਹਾ ਸੀ ਕਿ ਉਸ ਵੇਲੇ ਮਨੋਰੰਜਨ ਕਾਲੀਆ ਦਾ ਨਾਮ ਵੀ ਪੇਸ਼ ਕੀਤਾ ਗਿਆ ਔਰ ਮੀਡੀਆ ਦੇ ਵਿੱਚ ਵੀ ਇਸ ਗੱਲ ਦਾ ਕਾਫੀ ਜਿਹੜਾ ਸੀ ਉਹ ਚਰਚਾ ਹੋਇਆ ਕਿ ਉਹਨਾਂ ਨੂੰ ਡਿਪਟੀ ਸੀਐਮ ਬਣਾਇਆ ਹੀ ਜਾਣ ਵਾਲਾ ਹੈ। ਪਰ ਐਨ ਮੌਕੇ ਦੇ ਉੱਤੇ ਉਹਨਾਂ ਨੂੰ ਪਿੱਛੇ ਕਰਕੇ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਬੇਟੇ ਨੂੰ ਡਿਪਟੀ ਸੀਐਮ ਬਣਾ ਲਿਆ ਔਰ ਸਾਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਇਹ ਇਸ ਤਰ੍ਹਾਂ ਦੀ ਸੋਚ ਵਾਲੀਆਂ ਨੇ, ਜਿਹੜੀਆਂ ਜਾਂ ਨਿੱਜੀ ਸੋਚ ਵਾਲੀਆਂ ਨੇ, ਜਾਂ ਦੇਸ਼ ਹਿੱਤ ਦੇ ਵਿੱਚ ਫੈਸਲੇ ਨਹੀਂ ਕਰ ਸਕਦੀਆਂ, ਜਾਂ ਰਿਮੋਟ ਕੰਟਰੋਲ ਨਾਲ ਚੱਲਦੀਆਂ ਨੇ। ਇੱਕ ਤਾਂ ਉਹਨਾਂ ਨੇ ਇਹ ਗੱਲਾਂ ਕਰਕੇ ਸਾਰੀਆਂ ਪਾਰਟੀਆਂ ਨੂੰ ਆਪਣੇ ਤੋਂ ਘਟਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੋਟਰਾਂ ਦੇ ਸਾਹਮਣੇ, ਜਨਤਾ ਦੇ ਸਾਹਮਣੇ। ਦੂਜੀ ਗੱਲ ਉਹਨਾਂ ਨੇ ਇੱਕ ਕੀਤੀ ਕਿ ਪੰਜਾਬ ਦੇ ਮੈਨੂੰ ਉਸ ਵੇਲੇ ਰੋਟੀ ਖਵਾਈ ਸੀ ਜਦੋਂ ਮੈਂ ਇੱਕ ਸਧਾਰਨ ਵਰਕਰ ਵਜੋਂ ਪਿੰਡ ਭਟਕਦਾ ਫਿਰਦਾ ਹੁੰਦਾ ਸੀ। ਮੈਨੂੰ ਯਾਦ ਹੈ ਉਸ ਵੇਲੇ ਪੰਜਾਬ ਨੇ ਮੈਨੂੰ ਰੋਟੀ ਖਵਾਈ ਹੈ। ਪੰਜਾਬ ਦੇ ਨਾਲ ਮੇਰੇ ਬਹੁਤ ਭਾਵਨਾਤਮਕ ਰਿਸ਼ਤੇ ਨੇ, ਬੜੀ ਡੂੰਘੀ ਸਾਂਝ ਹੈ, ਔਰ ਮੈਂ ਅੱਜ ਚਾਹੁੰਦਾ ਕਿ ਪੰਜਾਬ ਦਾ ਉਸ ਵੇਲੇ ਜਿਹੜਾ ਕਰਜ਼ਾ ਮੇਰੇ ਸਿਰ ਤੇ ਚੜਿਆ ਉਸ ਨੂੰ ਮੈਂ ਉਤਾਰਾਂ। ਜਿੰਨੀ ਮੈਂ ਸੇਵਾ ਕਰਾਂ ਪੰਜਾਬ ਦੀ, ਉਨਾ ਹੀ ਜ਼ਿਆਦਾ ਹੋਰ ਮਿਹਨਤ ਕਰਨ ਦਾ ਮੇਰਾ ਦਿਲ ਕਰਦਾ ਹੈ, ਔਰ ਮੈਂ ਚਾਹੁੰਦਾ ਕਿ ਇੰਨੀ ਜ਼ਿਆਦਾ ਸੇਵਾ ਕਰਾਂ ਕਿ ਇੱਕ ਨਵਾਂ ਪੰਜਾਬ ਜਿਹੜਾ ਉਹ ਉਸਾਰਿਆ ਜਾਵੇ। ਨਵੇਂ ਪੰਜਾਬ ਦੀ ਗੱਲ ਕਰਦੇ ਆ ਉਹਨਾਂ ਨੇ ਇਹ ਕਿਹਾ ਕਿ ਨਵਾਂ ਪੰਜਾਬ ਜਿਹੜਾ ਨਵਾਂ ਭਾਰਤ ਉਦੋਂ ਬਣੇਗਾ ਜਦੋਂ ਅਸੀਂ ਨਵਾਂ ਪੰਜਾਬ ਬਣਾਵਾਂਗੇ, ਤੇ ਨਵਾਂ ਪੰਜਾਬ ਜਿਹੜਾ ਹੈ ਉਹ ਕਰਜ਼ੇ ਤੋਂ ਮੁਕਤ ਹੋਣਾ ਚਾਹੀਦਾ ਹੈ। ਉਹਦੇ ਵਿੱਚ ਬਹੁਤ ਸਾਰੇ ਮੌਕੇ ਹੋਣੇ ਚਾਹੀਦੇ ਨੇ, ਸਾਰੇ ਲੋਕਾਂ ਨੂੰ ਬਰਾਬਰ ਦੇ ਸਤਿਕਾਰ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਹੈ, ਔਰ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ, ਖੁਸ਼ਹਾਲੀ ਹੋਣੀ ਚਾਹੀਦੀ ਹੈ, ਚਾਰ ਚਫੇਰੇ। ਮਤਲਬ ਇਸ ਤਰ੍ਹਾਂ ਦਾ ਨਵਾਂ ਪੰਜਾਬ ਜਿਹੜਾ ਜਿਹਦੇ ਵਿੱਚ ਭ੍ਰਿਸ਼ਟਾਚਾਰ ਨਾ ਹੋਵੇ, ਮਾਫੀਆ ਨਾ ਹੋਵੇ, ਸਾਰਾ ਕੁਝ। ਹੁਣ ਇਹਦੇ ਵਿੱਚ ਕੋਈ ਗੱਲ ਜਿਹੜੀ ਹੈ ਨਾ ਉਹ ਛੱਡੀ ਨਹੀਂ ਜਾਂਦੀ। ਜਿਵੇਂ ਉਹ ਕਿਸੇ ਦਾ ਪੁਰਾਣੀ ਗੱਲ ਇੱਕ ਮੈਨੂੰ ਯਾਦ ਆਈ ਆ, ਵਿਆਹਾਂ 'ਚ ਕੋਈ ਸਿਹਰਾ ਸਿੱਖਿਆ ਪੜ੍ਹਿਆ ਜਾਂਦਾ ਸੀ ਤੇ ਜੋ ਫਿਰ ਉਹਦੇ ਸਾਰੇ ਸੋਹਲੇ ਗਾਉਣ ਲੱਗਿਆ ਸੀ ਕਿ ਇਸ ਬੰਦੇ 'ਚ ਆਹ ਕੁਆਲਿਟੀ ਹੈ, ਆਹ ਕੁਆਲਿਟੀ ਹੈ, ਇਹ ਕੁਆਲਿਟੀ ਹੈ। ਮਤਲਬ ਇਸ ਤਰ੍ਹਾਂ ਇਹਦੇ ਵਿੱਚ ਵੀ ਜਿਹੜੀ ਹੈ ਕੋਈ ਗੱਲ ਛੱਡੀ ਨਹੀਂ ਜਾਂਦੀ ਕਿ ਅਸੀਂ ਹਰ ਤਰ੍ਹਾਂ ਦੀ A to Z ਸਹੂਲਤ ਦੇਵਾਂਗੇ, ਸੁੱਖ ਦੇਵਾਂਗੇ। ਬਾਕੀ ਸਾਰੀਆਂ ਪੰਜਾਬੀਆਂ ਜਿਹੜੀਆਂ ਪਾਰਟੀਆਂ ਨੇ ਉਹ ਮਾੜੀਆਂ ਨੇ, ਸਾਡੇ ਮੁਕਾਬਲੇ 'ਚ ਕਿਤੇ ਵੀ ਨਹੀਂ ਠਹਿਰਦੀਆਂ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਵਾਲੀ ਹੈ ਪੰਜਾਬ ਦੇ ਵਿੱਚ, NDA ਦੀ ਜਿਹੜਾ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਹੈ ਉਹਦੀ ਸਰਕਾਰ ਬਣਨ ਵਾਲੀ ਹੈ, ਜਿਹਦੇ ਵਿੱਚ ਕੈਪਟਨ ਵੀ ਸ਼ਾਮਲ ਹੈ, ਜਿਹਦੇ ਵਿੱਚ ਸੰਯੁਕਤ ਅਕਾਲੀ ਦਲ ਵੀ ਸ਼ਾਮਲ ਹੈ, ਔਰ ਉਹ ਸਰਕਾਰ ਜਿਹੜੀ ਹੈ ਉਹ ਹੀ ਨਵਾਂ ਪੰਜਾਬ ਦੀ ਉਸਾਰੀ ਕਰੇਗੀ ਤੇ ਲੋਕਾਂ ਨੂੰ ਸਭ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ। ਨਾਰਾ ਹੀ ਉਹਨਾਂ ਦਾ ਇਹ ਆ, ਨਵਾਂ ਪੰਜਾਬ ਭਾਜਪਾ ਦੇ ਨਾਲ। ਇੱਕ ਗੱਲ ਜਾਂਦੇ ਜਾਂਦੇ ਉਹ ਹੋਰ ਵੀ ਕਰ ਗਏ ਕਿ ਪਿਛਲੀ ਵਾਰੀ ਜਿਵੇਂ ਸੁਰੱਖਿਆ ਕਾਰਨਾਂ ਕਰਕੇ ਉਹਨਾਂ ਦੀ ਰੈਲੀ ਫਿਰੋਜ਼ਪੁਰ ਵਾਲੀ ਰੱਦ ਹੋ ਗਈ ਸੀ, ਤੇ ਇਸ ਵਾਰੀ ਵੀ ਸੁਰੱਖਿਆ ਦੇ ਪ੍ਰਬੰਧਾਂ ਉੱਤੇ ਉਹ ਉਂਗਲੀ ਉਠਾ ਕੇ ਜਾਣ ਲੱਗੇ। ਉਹਨਾਂ ਨੇ ਪਿਛਲੀ ਵਾਰੀ ਬਠਿੰਡਾ ਦੇ ਵਿੱਚ ਜਾ ਕੇ ਕਿਹਾ ਸੀਗਾ ਪੰਜਾਬ ਦੇ ਅਫਸਰਾਂ ਨੂੰ ਕਿ ਆਪਣੇ ਮੁੱਖ ਮੰਤਰੀ ਨੂੰ ਇਹ ਸੁਨੇਹਾ ਦੇ ਦਿਓ ਕਿ ਮੈਂ ਇੱਥੋਂ ਜਿੰਦਾ ਵਾਪਸ ਜਾ ਰਿਹਾ। ਹੁਣ ਉਹ ਇਹ ਗੱਲ ਕਰ ਗਏ ਜਾਂਦੇ ਜਾਂਦੇ ਕਿ ਮੈਂ ਇੱਥੇ ਜਲੰਧਰ ਦੇ ਵਿੱਚ ਜਿਹੜਾ ਸ਼੍ਰੀ ਦੇਵੀ ਤਲਾਬ ਮੰਦਿਰ ਆ ਉਹਦੇ ਦਰਸ਼ਨ ਕਰਨ ਜਾਣੇ ਚਾਹੁੰਦਾ ਸੀ, ਉੱਥੇ ਮਾਤਾ ਜੀ ਦੇ ਦਰਬਾਰ 'ਚ ਜਾ ਕੇ ਮੈਂ ਨਤਮਸਤਕ ਹੋਣਾ ਚਾਹੁੰਦਾ ਸੀ,
ਪਰ ਪੁਲਿਸ ਨੇ ਤੇ ਪ੍ਰਸ਼ਾਸਨ ਨੇ ਹੱਥ ਖੜੇ ਕਰ ਦਿੱਤੇ ਕਿ ਅਸੀਂ ਸੁਰੱਖਿਆ ਦੇ ਪ੍ਰਬੰਧ ਨਹੀਂ ਕਰ ਸਕਦੇ। ਇਸ ਕਰਕੇ ਮੈਂ ਉਹਨਾਂ ਦਰਸ਼ਨਾਂ ਤੋਂ ਵਾਂਝਾ ਰਹਿ ਗਿਆ। ਪਰ ਮੈਂ ਬਿਲਕੁਲ ਹਰ ਹਾਲਤ ਵਿੱਚ ਇੱਥੇ ਦੁਬਾਰਾ ਆਵਾਂਗਾ ਔਰ ਮੈਂ ਉਹ ਦਰਸ਼ਨ ਜ਼ਰੂਰ ਕਰਾਂਗਾ। ਇਹ ਵੀ ਇੱਕ ਕਿਸਮ ਦੀ ਜਿਹੜੀ ਆ ਉਹ ਭਾਵਨਾਤਮਕ ਕਿਸਮ ਦੀ ਗੱਲ ਸੀ, ਧਾਰਮਿਕ ਕਿਸਮ ਦੀ ਗੱਲ ਸੀ, ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਗੱਲ ਸੀ। ਵੱਧ ਤੋਂ ਵੱਧ ਉਹਨਾਂ ਨੇ ਕੋਸ਼ਿਸ਼ ਇਹੀ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਜਾਵੇ ਔਰ ਕਿਸ ਤਰ੍ਹਾਂ ਉਹਨਾਂ ਨੂੰ ਵੋਟਰਾਂ ਨੂੰ ਆਪਣੇ ਨਾਲ ਜੋੜਿਆ ਜਾਵੇ ਤੇ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਠੀਕ ਹੈ ਜੀ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਹੋਣੀ ਚਾਹੀਦੀ ਹੈ ਜਿਹੜਾ ਪੰਜਾਬ ਦਾ ਸਰਬਪੱਖੀ ਵਿਕਾਸ ਕਰ ਸਕਦੀ ਹੈ, ਲੋਕਾਂ ਦਾ ਕਰ ਸਕਦੀ ਹੈ। ਇਸ ਕਰਕੇ ਤੁਸੀਂ ਇਹਦੇ ਹੱਕ ਵਿੱਚ ਵੋਟ ਪਾਓ। ਹਾਂਜੀ ਸੰਧੂ ਸਾਹਿਬ, ਰਾਹੁਲ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਤੇ ਹਮਲਾ ਕੀਤਾ। ਉਹਨਾਂ ਦਾ ਕਹਿਣਾ ਵੀ ਪ੍ਰਧਾਨ ਮੰਤਰੀ ਕਿਸਾਨਾਂ ਦੀ ਮਿਹਨਤ ਦੀ ਕਮਾਈ ਇਕੱਠੀ ਕਰਕੇ 2-3 ਅਰਬਪਤੀਆਂ ਨੂੰ ਦੇਈ ਜਾ ਰਹੇ ਨੇ। ਵਾਸੂ ਜੀ, 2-3 ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਦੀ ਕੇਂਦਰੀ ਲੀਡਰਸ਼ਿਪ ਪੂਰੀ ਇਸ ਵੇਲੇ ਪੰਜਾਬ ਦੇ ਵਿੱਚ ਬੈਠੀ ਹੈ। ਭਾਰਤੀ ਜਨਤਾ ਪਾਰਟੀ ਦੀ, ਕਾਂਗਰਸ ਦੀ, ਆਮ ਆਦਮੀ ਪਾਰਟੀ ਦੀ, ਔਰ ਹੁਣ ਇਹਨਾਂ ਨੇ 2-3 ਦਿਨ ਇੱਥੇ ਹੀ ਬੈਠੇ ਰਹਿਣਾ। ਇਸ ਵੇਲੇ ਜਿਹੜਾ ਚੋਣ ਪ੍ਰਚਾਰ ਹੈ, ਧੂਆਂ ਧਾਰ ਹੋ ਰਿਹਾ, ਬਹੁਤ ਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ ਹੈ। ਸਭ ਇੱਕ ਦੂਜੇ ਤੋਂ ਵੱਧ ਕੇ ਅੱਗੇ ਤੋਂ ਅੱਗੇ ਰੈਲੀਆਂ ਕਰ ਰਹੇ ਨੇ, ਵਾਅਦੇ ਕਰ ਰਹੇ ਨੇ, ਗੱਲਾਂ ਬਾਤਾਂ ਕਰ ਰਹੇ ਨੇ। ਦੇਖਣਾ ਇਹ ਹੈ ਕਿ ਵੋਟਰ ਮਹਾਰਾਜ ਆ ਜਿਹੜੇ ਉਹ ਕਿਸ ਦੀ ਗੱਲ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਤੇ ਕਿਸ ਪਾਸੇ ਨੂੰ ਜਾਂਦੇ ਆ। ਰਾਹੁਲ ਗਾਂਧੀ ਹੋਰੀ ਜਿਹੜੇ, ਉਹਨਾਂ ਦੀਆਂ ਵੀ ਕੱਲ 2 ਰੈਲੀਆਂ ਸੀ। ਇੱਕ ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਰੈਲੀ ਕੀਤੀ, ਉਸ ਤੋਂ ਬਾਅਦ ਦੂਜੀ ਉਹਨਾਂ ਨੇ ਜਾ ਕੇ ਗੁਰਦਾਸਪੁਰ ਦੇ ਵਿੱਚ ਰੈਲੀ ਕੀਤੀ। ਉਸ ਰੈਲੀ ਦੌਰਾਨ ਉਹਨਾਂ ਨੇ ਵੀ ਉਹੀ ਕੰਮ ਕੀਤਾ ਹੈ ਜਿਹੜਾ ਆਪਾਂ ਪਹਿਲਾਂ ਗੱਲ ਪ੍ਰਧਾਨ ਮੰਤਰੀ ਮੋਦੀ ਦੀ ਕਰ ਰਹੇ ਸੀ। 2 ਚੀਜ਼ਾਂ ਹੁੰਦੀਆਂ, ਉਹ ਇਹ ਦਿਖਾਉਂਦੇ ਨੇ ਕਿ ਦੂਜੀਆਂ ਸਾਰੀਆਂ ਪਾਰਟੀਆਂ ਮਾੜੀਆਂ ਨੇ ਤੇ ਸਾਡੀ ਪਾਰਟੀ ਚੰਗੀ ਹੈ, ਤੇ ਇੱਕ ਇਹ ਦਿਖਾਉਂਦੇ ਨੇ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਕੀ ਕੁਝ ਕਰਾਂਗੇ, ਕਿਸ ਤਰ੍ਹਾਂ ਅਸੀਂ ਪੰਜਾਬ ਦੇ ਲੋਕਾਂ ਦਾ ਭਲਾ ਕਰਾਂਗੇ, ਜਿਹੜਾ ਦੂਜੀਆਂ ਪਾਰਟੀਆਂ ਜਿਹੜੀਆਂ ਉਹ ਨਹੀਂ ਕਰ ਸਕਦੀਆਂ। ਇੱਕ ਤਾਂ ਉਹਨਾਂ ਨੇ ਨਸ਼ਿਆਂ ਦੀ ਗੱਲ ਕੀਤੀ ਕਿ ਨਸ਼ਿਆਂ ਦਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਜਿਹੜਾ ਪ੍ਰਚਲਨ ਹੋਇਆ, ਨਸ਼ਿਆਂ ਨੇ ਬਹੁਤ ਸਾਰੀ ਤਬਾਹੀ ਕੀਤੀ ਪੰਜਾਬ ਦੇ ਵਿੱਚ, ਬਹੁਤ ਸਾਰੇ ਨੌਜਵਾਨਾਂ ਦੀਆਂ ਜਾਨਾਂ ਲਈਆਂ ਉਹਨਾਂ ਨੇ। ਔਰ ਜਿਹੜੀ ਅਕਾਲੀ ਭਾਜਪਾ ਸਰਕਾਰ ਸੀ ਉਸ ਦੌਰਾਨ ਨਸ਼ੇ ਬਹੁਤ ਜ਼ਿਆਦਾ ਪ੍ਰਚਲਿਤ ਹੋਏ ਪੰਜਾਬ ਦੇ ਵਿੱਚ। ਔਰ ਸਾਡੀ ਸਰਕਾਰ ਜਦੋਂ ਆਵੇਗੀ ਅਸੀਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਲਗਾਮ ਲਾਵਾਂਗੇ। ਹੁਣ ਉਹਨਾਂ ਨੂੰ ਪੁੱਛਣਾ ਇਹ ਚਾਹੀਦਾ ਸੀ ਕਿ ਆਹ 5 ਸਾਲ ਵਿੱਚ ਤੁਹਾਡੀ ਸਰਕਾਰ ਰਹੀ ਹੈ, ਇਹਦੇ ਵਿੱਚ ਕਿੰਨੀ ਕੁ ਲਗਾਮ ਲੱਗੀ ਹੈ। ਪਰ ਇਹ ਗੱਲਾਂ ਕਰਨ ਵਾਲੀਆਂ ਹੁੰਦੀਆਂ ਜਿਵੇਂ ਉਹਨਾਂ ਦੇ ਕੋਲ ਇਸ ਚੀਜ਼ ਦਾ ਜਵਾਬ ਇਹ ਹੋ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਅਸੀਂ ਸੰਤੁਸ਼ਟ ਨਹੀਂ ਸੀ, ਇਸ ਕਰਕੇ ਉਹਨੂੰ ਹਟਾ ਦਿੱਤਾ ਸੀ ਤੇ ਨਵਾਂ ਮੁੱਖ ਮੰਤਰੀ ਰਹਿੰਦਾ ਹੈ। ਹੁਣ ਤੁਸੀਂ ਸਾਨੂੰ ਇੱਕ ਮੌਕਾ ਹੋਰ ਦਿਓ ਤਾਂ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਬਿਲਕੁਲ ਖਾਤਮਾ ਕਰ ਸਕੀਏ, ਰੇਤ ਮਾਫੀਆ ਦਾ ਖਾਤਮਾ ਕਰ ਸਕੀਏ, ਡਰੱਗਸ ਮਾਫੀਆ ਦਾ ਖਾਤਮਾ ਕਰ ਸਕੀਏ, ਭ੍ਰਿਸ਼ਟਾਚਾਰ ਦਾ ਖਾਤਮਾ ਕਰ ਸਕੀਏ। ਇਹ ਸਾਰੇ ਵਾਅਦੇ ਨੇ ਜਿਹੜੇ ਉਹ ਸਟੇਜ ਤੋਂ ਆਪਣੇ ਭਾਸ਼ਣ ਦੌਰਾਨ ਕਰਦੇ ਨੇ। ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ, ਕਿਉਂਕਿ 1 ਸਾਲ ਪਿਛਲਾ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲਦਾ ਰਿਹਾ, ਕਿਸਾਨਾਂ ਦੀਆਂ ਸਮੱਸਿਆਵਾਂ ਕਰਕੇ ਇਸ ਗੱਲ ਦੇ ਉੱਤੇ ਉਹਨਾਂ ਨੇ ਨਿਸ਼ਾਨਾ ਲਾਇਆ ਕਿਉਂਕਿ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਹੈ, ਬਹੁਤ ਸਾਰੇ ਲੋਕ ਜਿਹੜੇ ਨੇ ਸਿੱਧੇ ਜਾਂ ਅਸਿੱਧੇ ਤੌਰ ਤੇ ਖੇਤੀ ਦੇ ਨਾਲ ਜੁੜੇ ਨੇ, ਕਿਸਾਨ ਪਰਿਵਾਰ ਨੇ, ਖੇਤ ਮਜ਼ਦੂਰ ਨੇ, ਹੋਰ ਕਈ ਕੁਛ ਜਿਹੜੇ ਨੇ ਲੋਕ ਇਹਦੇ ਨਾਲ ਸਿੱਧੇ ਅਸਿੱਧੇ ਤੌਰ ਤੇ ਖੇਤੀ ਨਾਲ ਜੁੜੇ ਨੇ। ਉਹਨਾਂ ਨੇ ਇਸ ਗੱਲ ਦੇ ਉੱਤੇ ਵੀ ਨਿਸ਼ਾਨਾ ਲਾਇਆ ਕਿ ਪੰਜਾਬ ਦਾ ਕਿਸਾਨ ਜਿਹੜਾ ਸੀ, ਜਦੋਂ 3 ਖੇਤੀ ਕਾਨੂੰਨ ਕੇਂਦਰ ਨੇ ਲਿਆਂਦੇ ਤੇ 1 ਸਾਲ ਉਹਨਾਂ ਨੂੰ ਸੜਕਾਂ ਤੇ ਰੋਲਣਾ ਪਿਆ। ਇਹ ਸਾਰਾ ਕੁਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਨ ਹੋਇਆ ਕਿਉਂਕਿ ਉਹ ਕਿਸਾਨਾਂ ਦੀ ਸਾਰੀ ਮਿਹਨਤ ਜਿਹੜੀ ਆ ਉਹ 2-3 ਅਰਬਪਤੀਆਂ ਦੀ ਝੋਲੀ ਪਾਉਣਾ ਚਾਹੁੰਦੇ ਸੀ, ਜਿਸ ਦਾ ਵਿਰੋਧ ਕਰ ਰਹੇ ਸੀ ਕਿਸਾਨ। ਔਰ ਇਸ ਵਿਰੋਧ ਦੌਰਾਨ 700 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ। 1 ਸਾਲ ਤੱਕ ਅੰਦੋਲਨ ਚੱਲਦਾ ਰਿਹਾ। ਸਾਲ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆ ਕੇ ਕਹਿ ਦਿੱਤਾ ਕਿ ਸਾਡੇ ਕੋਲੋਂ ਗਲਤੀ ਹੋ ਗਈ। ਉਹਨਾਂ ਨੇ ਇਹ ਕਿਹਾ ਵੀ ਜੇ ਗਲਤੀ ਹੋ ਗਈ ਸੀ ਤੇ ਜਿਹੜੇ 700 ਤੋਂ ਵੱਧ ਲੋਕ ਸ਼ਹੀਦ ਹੋਏ ਆ ਕਿਸਾਨ ਉੱਥੇ, ਜਿਨ੍ਹਾਂ ਦੀਆਂ ਜਾਨਾਂ ਗਈਆਂ ਅੰਦੋਲਨ ਵਿੱਚ, ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਸੀ ਕੇਂਦਰ ਸਰਕਾਰ ਨੂੰ, ਜੇ ਤੁਹਾਡੀ ਗਲਤੀ ਕਰਕੇ ਉਹਨਾਂ ਦੀਆਂ ਜਾਨਾਂ ਗਈਆਂ। ਪਰ ਕੇਂਦਰ ਸਰਕਾਰ ਨੇ ਇਸ ਗੱਲ ਤੋਂ ਪੱਲਾ ਝਾੜ ਲਿਆ। ਇਹ ਗੱਲ ਜ਼ਰੂਰ ਠੀਕ ਹੈ ਉਹਨਾਂ ਦੀ ਕਿ ਕੇਂਦਰ ਸਰਕਾਰ ਨੇ ਇਸ ਸੰਬੰਧ ਦੇ ਵਿੱਚ ਕੋਈ ਫੈਸਲਾ ਨਹੀਂ ਕੀਤਾ। ਦੂਜੇ ਪਾਸੇ ਜਿਹੜੀਆਂ ਸੂਬਾ ਸਰਕਾਰਾਂ ਸੀ, ਜਿਵੇਂ ਪੰਜਾਬ ਦੀ ਸਰਕਾਰ ਸੀ, ਪੰਜਾਬ ਦੀ ਸਰਕਾਰ ਨੇ ਆਪਣੇ ਪੱਧਰ ਉੱਤੇ ਜਿਹੜੇ ਪੰਜਾਬ ਦੇ ਕਿਸਾਨ ਸ਼ਹੀਦ ਹੋਏ ਸੀ, ਜਾਨਾਂ ਗਈਆਂ ਸੀ, ਉਹਨਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ। ਫਿਰ ਇਸੇ ਢੰਗ ਦੇ ਨਾਲ ਹੀ ਜਿਹੜੀਆਂ ਬਾਕੀ ਸੂਬਿਆਂ ਦੀਆਂ ਸਰਕਾਰਾਂ ਸੀ, ਜਿਵੇਂ ਹਰਿਆਣਾ ਦੀ ਹੈ, ਯੂਪੀ ਦੀ ਹੈ, ਰਾਜਸਥਾਨ ਦੀ ਹੈ, ਉਹਨਾਂ ਨੇ ਵੀ ਇਸ ਤਰ੍ਹਾਂ ਦੇ ਕੁਝ ਫੈਸਲੇ ਕੀਤੇ। ਪਰ ਕੇਂਦਰ ਸਰਕਾਰ ਵੱਲੋਂ ਇਸ ਸੰਬੰਧ ਦੇ ਵਿੱਚ ਕੁਝ ਨਹੀਂ ਕੀਤਾ ਗਿਆ। ਉਹਨਾਂ ਨੇ ਇਹ ਸਵਾਲ ਉਠਾਇਆ ਕਿ ਕਿਉਂ ਨਹੀਂ ਕੀਤਾ ਗਿਆ। ਫਿਰ ਇੱਕ ਕਰੋਨਾ ਦਾ ਕਾਲ ਜਿਹੜਾ ਪਿਛਲੇ ਸਮੇਂ 'ਚ 1.5-2 ਸਾਲ ਪੰਜਾਬ ਨੇ, ਦੇਸ਼ ਨੇ ਔਰ ਪੂਰੇ ਵਿਸ਼ਵ ਨੇ ਕਰੋਨਾ ਦਾ ਸੰਤਾਪ ਹੰਢਾਇਆ ਹੈ, ਹਜੇ ਵੀ ਚੱਲ ਰਿਹਾ ਹੈ, ਹਜੇ ਵੀ ਕੇਸ ਵੀ ਆ ਰਹੇ ਨੇ, ਕੁਝ ਮੌਤਾਂ ਵੀ ਹੋ ਰਹੀਆਂ ਨੇ, ਕਾਰੋਬਾਰ ਜਿਹੜੇ ਨੇ
ਉਹ ਵੀ ਪ੍ਰਭਾਵਿਤ ਹੋ ਰਹੇ ਨੇ। ਇਸ ਚੀਜ਼ ਦਾ ਨਿਸ਼ਾਨਾ ਵੀ ਰਾਹੁਲ ਗਾਂਧੀ ਨੇ ਲਾਇਆ ਕੇਂਦਰ ਸਰਕਾਰ ਦੇ ਉੱਤੇ ਕਿ ਉਹਨਾਂ ਨੇ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਮੌਤਾਂ ਹੋਈਆਂ ਉਹਨਾਂ ਨੂੰ ਲੁਕਾਇਆ ਗਿਆ। ਪਹਿਲੀ ਗੱਲ, ਉਹਦੇ ਰੋਕਥਾਮ ਵਾਸਤੇ ਕੋਈ ਠੀਕ ਪ੍ਰਬੰਧ ਨਹੀਂ ਕੀਤੇ ਗਏ। ਅਗਾਊਂ ਪ੍ਰਬੰਧ ਕਰਨੇ ਚਾਹੀਦੇ ਸੀ, ਉਹ ਪ੍ਰਬੰਧ ਨਹੀਂ ਕੀਤੇ ਗਏ। ਜਦੋਂ ਮੈਂ ਉਸ ਵੇਲੇ ਵੀ ਕਰੋਨਾ ਦੇ ਖਿਲਾਫ ਗੱਲ ਕਰਦਾ ਸੀ, ਸਰਕਾਰ ਦੇ ਖਿਲਾਫ ਗੱਲ ਕਰਦਾ ਸੀ, ਤੇ ਮੈਨੂੰ ਇਹ ਕਿਹਾ ਜਾਂਦਾ ਸੀ ਕਿ ਮੈਨੂੰ ਕਰੋਨਾ ਦੀ ਸਮਝ ਨਹੀਂ। ਹੁਣ ਇਹ ਗੱਲ ਜਿਹੜੀ ਹੈ ਇਹ ਵੀ ਕਿਸੇ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਵੀ ਠੀਕ ਹੈ ਕਿ ਕੁਝ ਅੰਕੜੇ ਜਿਹੜੇ ਸੀ ਉਹ ਛੁਪਾਏ ਗਏ, ਪਰ ਉਹਨਾਂ ਨੇ ਤਾਂ ਇਹ ਗੱਲ ਕਹੀ ਕਿ ਜਿੰਨੀਆਂ ਮੌਤਾਂ ਦਿਖਾਈਆਂ ਜਾ ਰਹੀਆਂ ਉਹਦੇ ਤੋਂ 7 ਗੁਣਾ ਵੱਧ ਮੌਤਾਂ ਹੋਈਆਂ ਨੇ। ਤੀਜੀ ਗੱਲ ਉਹਨਾਂ ਇਹ ਕਹੀ ਕਿ ਪੰਜਾਬ ਦੇ ਵਿੱਚ ਜਦੋਂ ਸਾਡੀ ਸਰਕਾਰ ਬਣੇਗੀ ਇਹ ਅਰਬਪਤੀਆਂ ਦੀ ਸਰਕਾਰ ਨਹੀਂ ਹੋਵੇਗੀ। ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹਦੇ ਪਿੱਛੇ ਜਿਹੜੇ ਅਰਬਪਤੀ ਲੋਕ ਬੈਠੇ ਨੇ ਜਿਨ੍ਹਾਂ ਨੂੰ ਫਾਇਦਾ ਦੇਣਾ ਚਾਹੁੰਦੀ ਹੈ ਸਰਕਾਰ, ਉਹਨਾਂ ਦੀ ਇੱਛਾ ਨਾਲ ਇੱਥੇ ਕਾਨੂੰਨ ਬਣਾਏ ਜਾਣਗੇ, ਉਹਨਾਂ ਦੀ ਇੱਛਾ ਨਾਲ ਸਾਰਾ ਕੰਮ ਜਿਹੜਾ ਉਹ ਇੱਥੇ ਚੱਲੇਗਾ। ਇਸੇ ਮੌਕੇ ਦੇ ਉੱਤੇ ਉਹਨਾਂ ਦੇ ਨਾਲ ਨਵਜੋਤ ਸਿੱਧੂ ਵੀ ਮੌਜੂਦ ਸੀ। ਉਹਨਾਂ ਨੇ ਵੀ ਇਸ ਰੈਲੀ ਨੂੰ ਸੰਬੋਧਨ ਕੀਤਾ, ਗੁਰਦਾਸਪੁਰ ਵਾਲੀ ਨੂੰ। ਹਜੇ ਕਿ ਜਦੋਂ ਪਰਸੋਂ ਪ੍ਰਿਯੰਕਾ ਗਾਂਧੀ ਦੀ ਧੂਰੀ ਦੇ ਵਿੱਚ ਰੈਲੀ ਹੋਈ ਸੀ, ਜਿੱਥੇ ਚਰਨਜੀਤ ਸਿੰਘ ਚੰਨੀ ਵੀ ਬੈਠੇ ਸੀ ਸਟੇਜ ਦੇ ਉੱਤੇ, ਜਿੱਥੇ ਨਵਜੋਤ ਸਿੱਧੂ ਵੀ ਬੈਠੇ ਸੀ, ਜਦੋਂ ਸਟੇਜ ਤੋਂ ਨਵਜੋਤ ਸਿੱਧੂ ਦਾ ਨਾਂ ਅਨਾਉਂਸ ਕੀਤਾ ਗਿਆ, ਐਲਾਨਿਆ ਗਿਆ, ਤੇ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਇਸ਼ਾਰਾ ਕਰ ਦਿੱਤਾ ਚਰਨਜੀਤ ਸਿੰਘ ਚੰਨੀ ਵੱਲ ਕਿ ਇਹਨਾਂ ਨੂੰ ਬੁਲਾਓ। ਮਤਲਬ ਉਹ ਉੱਥੇ ਉਹਨਾਂ ਨੇ ਬੋਲਣਾ ਮੁਨਾਸਬ ਨਹੀਂ ਸਮਝਿਆ ਜਿੱਥੇ ਚਰਨਜੀਤ ਸਿੰਘ ਚੰਨੀ ਮੌਜੂਦ ਬੈਠੇ ਸੀ ਮੌਕੇ ਦੇ ਉੱਤੇ। ਕੱਲ ਕਿਉਂਕਿ ਰਾਹੁਲ ਗਾਂਧੀ ਹੋਰਾਂ ਦੀ ਰੈਲੀ ਦੇ ਵਿੱਚ ਚਰਨਜੀਤ ਸਿੰਘ ਚੰਨੀ ਮੌਜੂਦ ਨਹੀਂ ਸੀ, ਇੱਥੇ ਨਵਜੋਤ ਸਿੱਧੂ ਫਿਰ ਜਿਹੜਾ ਸੀ ਉਹ ਵੀ ਨਾਲ ਉਹਨਾਂ ਦੇ ਖੁੱਲ ਕੇ ਬੋਲੇ। ਜਿਸ ਢੰਗ ਦੇ ਨਾਲ ਰਾਹੁਲ ਗਾਂਧੀ ਗੱਲ ਕਰ ਰਹੇ ਸੀ ਉਸੇ ਤਰ੍ਹਾਂ ਦੇ ਉੱਤੇ, ਬਲਕਿ ਉਹਦੇ ਤੋਂ ਵੱਧ ਕੇ ਰਾਹੁਲ ਗਾਂਧੀ ਦੀਆਂ ਤਾਰੀਫਾਂ ਦੇ ਪੁੱਲ ਵੀ ਬੰਨੇ ਉਹਨਾਂ ਨੇ ਕਿ ਰਾਹੁਲ ਗਾਂਧੀ ਨੇ ਬਹੁਤ ਸਾਰੇ ਕੰਮ ਕੀਤੇ, ਬਹੁਤ ਚੰਗੇ ਕੰਮ ਕੀਤੇ। ਦੂਜੀ ਗੱਲ ਉਹਨਾਂ ਇਹ ਕਹੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਬਾਰੇ ਪਤਾ ਲੱਗ ਗਿਆ ਸੀਗਾ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਦੇ ਉੱਤੇ ਕੰਮ ਕਰ ਰਿਹਾ, ਕੇਂਦਰ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਕੰਮ ਕਰ ਰਿਹਾ, ਤੇ ਰਾਹੁਲ ਗਾਂਧੀ ਹੋਰਾਂ ਨੇ ਉਹਨੂੰ ਕਿਨਾਰੇ ਕਰ ਦਿੱਤਾ। ਦੂਜੀ ਗੱਲ, ਰਾਹੁਲ ਗਾਂਧੀ ਹੋਰਾਂ ਨੇ ਇਸ ਗੱਲ ਦਾ ਤਹਈਆ ਕੀਤਾ ਕਿ ਪੰਜਾਬ ਦੇ ਨਕਸ਼ੇ ਤੋਂ ਮਾਫੀਆ ਰਾਜ ਜਿਹੜਾ ਉਹ ਮਿਟਾ ਦਿੱਤਾ ਜਾਏਗਾ। ਸੰਧੂ ਸਾਹਿਬ ਜੀ, ਹੁਣ ਗੱਲਬਾਤ ਨੂੰ ਅੱਗੇ ਵਧਾਈਏ ਤਾਂ ਜਦੋਂ ਪਿਛਲੀ ਵਾਰ ਨਰਿੰਦਰ ਮੋਦੀ ਪੰਜਾਬ ਆਏ ਸੀ ਉਦੋਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਵਿਵਾਦ ਬਣ ਗਏ ਸੀ, ਤੇ ਇਸ ਵਾਰ ਹੁਣ ਜਦੋਂ ਆਏ ਨੇ ਤੇ ਚਰਨਜੀਤ ਚੰਨੀ ਦੇ ਹੈਲੀਕਾਪਟਰ ਨੂੰ ਉੱਡਣ ਨਹੀਂ ਦਿੱਤਾ ਗਿਆ ਤੇ ਇਸ ਗੱਲ ਨੂੰ ਲੈ ਕੇ ਵਿਵਾਦ ਬਣ ਗਿਆ। ਬਿਲਕੁਲ ਜੀ, ਚਰਨਜੀਤ ਸਿੰਘ ਚੰਨੀ ਨੇ ਬੜਾ ਸਖਤ ਜਿਹੜਾ ਇਹਦੇ ਉੱਤੇ ਇਤਰਾਜ਼ ਕੀਤਾ ਹੈ ਕਿ 2 ਵਾਰ ਉਹਨਾਂ ਦੇ ਹੈਲੀਕਾਪਟਰ ਨੂੰ ਉੱਡਣ ਤੋਂ ਰੋਕਿਆ ਗਿਆ ਔਰ ਉਹਨਾਂ ਨੇ ਇੱਥੋਂ ਤੱਕ ਵੀ ਅੱਜ ਜਿਹੜੀਆਂ ਅਖਬਾਰਾਂ ਦੇ ਵਿੱਚ ਮੀਡੀਆ ਦੀ ਖਬਰਾਂ ਆਈਆਂ, ਕੱਲ੍ਹ ਵੀ ਇਹ ਸਾਰੀਆਂ ਚੱਲਦੀਆਂ ਰਹੀਆਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਹਾਂ, ਮੈਂ ਕੋਈ ਅੱਤਵਾਦੀ ਨਹੀਂ ਹਾਂ ਜਿਸ ਕਰਕੇ ਮੇਰਾ ਹੈਲੀਕਾਪਟਰ ਰੋਕਿਆ ਗਿਆ ਹੈ। ਮੈਂ ਮਤਲਬ ਚੰਡੀਗੜ੍ਹ ਤੋਂ ਬਾਅਦ ਉਹਨਾਂ ਨੇ ਕਿਹਾ ਸੁਜਾਨਪੁਰ ਤੋਂ ਵੀ, ਇੱਕ ਚੰਡੀਗੜ੍ਹ ਤੋਂ ਪਹਿਲਾਂ ਨਹੀਂ ਉੱਡਣ ਦਿੱਤਾ ਗਿਆ, ਫਿਰ ਸੁਜਾਨਪੁਰ ਤੋਂ ਜਲੰਧਰ ਵਾਸਤੇ ਉਹਨਾਂ ਨੇ ਆਉਣਾ ਸੀਗਾ, ਉੱਥੋਂ ਵੀ ਉਹਨਾਂ ਦਾ ਹੈਲੀਕਾਪਟਰ ਨਹੀਂ ਉੱਡਣ ਦਿੱਤਾ ਗਿਆ ਕਿਉਂਕਿ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਹੋ ਰਹੀ ਸੀ ਜਲੰਧਰ 'ਚ, ਤੇ ਸੁਰੱਖਿਆ ਕਾਰਨਾਂ ਕਰਕੇ ਜਿਹੜੀਆਂ ਇਸ ਤਰ੍ਹਾਂ ਦੀਆਂ ਉਡਾਣਾਂ ਸੀਗੀਆਂ ਲੋਕਲ ਉਹ ਰੋਕ ਦਿੱਤੀਆਂ ਗਈਆਂ। ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹਦੇ ਪਿੱਛੇ ਸੁਰੱਖਿਆ ਕਾਰਨਾਂ ਦੀ ਗੱਲ ਘੱਟ ਹੈ ਤੇ ਸਿਆਸੀ ਕਾਰਨਾਂ ਦੀ ਜ਼ਿਆਦਾ ਹੈ। ਸਿਆਸੀ ਕਾਰਨਾਂ ਕਰਕੇ ਮੇਰੇ ਹੈਲੀਕਾਪਟਰ ਨੂੰ ਨਹੀਂ ਉੱਡਣ ਦਿੱਤਾ ਗਿਆ ਤਾਂ ਕਿ ਮੇਰੇ ਚੋਣ ਪ੍ਰਚਾਰ ਦੇ ਵਿੱਚ ਰੁਕਾਵਟ ਪਾਈ ਗਈ ਹੈ, ਚੋਣ ਪ੍ਰਚਾਰ ਦੇ ਵਿੱਚ ਵਿਘਨ ਪਾਇਆ ਗਿਆ ਤਾਂ ਕਿ ਮੈਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਕੇ ਲੋਕਾਂ ਨੂੰ ਸੰਬੋਧਨ ਨਾ ਕਰ ਸਕਾਂ। ਉਸ ਜਿਹੜੇ ਸਾਡਾ ਪ੍ਰੋਗਰਾਮ ਸੀ ਸਾਰੇ ਦਾ ਸਾਰਾ ਉਹ ਚੌਪਟ ਕੀਤਾ ਗਿਆ, ਫੇਲ ਕੀਤਾ ਗਿਆ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਸ ਗੱਲ ਦਾ ਵੀ ਜਵਾਬ ਦਿੱਤਾ। ਉਹ ਇਹ ਗੱਲਾਂ ਤਾਂ ਨਾਲੋਂ ਨਾਲ ਹੀ ਪਹੁੰਚ ਜਾਂਦੀਆਂ ਕਿ ਆਹ ਗੱਲ ਜਿਹੜੀ ਆਈ ਹੈ ਮੀਡੀਆ ਦੇ ਵਿੱਚ ਜਾਂ ਆਹ ਗੱਲ ਆ ਰਹੀ ਹੈ ਉਹਨਾਂ ਤੱਕ ਵੀ ਇਹ ਜ਼ਰੂਰ ਪਹੁੰਚੀ ਹੋਏਗੀ ਜਿਹੜੀ ਪ੍ਰਤੀਕਿਰਿਆ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਪ੍ਰਗਟ ਕੀਤੀ ਜਦੋਂ ਉਹਨਾਂ ਦਾ ਹੈਲੀਕਾਪਟਰ ਰੋਕਿਆ ਗਿਆ। ਤੇ ਉਹਦੇ ਜਵਾਬ ਵਿੱਚ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਕਿਹਾ ਕਿ ਜਿਸ ਵੇਲੇ ਮੈਂ ਗੁਜਰਾਤ ਦਾ ਮੁੱਖ ਮੰਤਰੀ ਹੁੰਦਾ ਸੀ ਤੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਪ੍ਰਧਾਨ ਮੰਤਰੀ ਵਾਸਤੇ ਉਮੀਦਵਾਰ ਬਣਾਇਆ ਤਾਂ ਮੈਂ ਪਠਾਨਕੋਟ ਤੋਂ ਹਿਮਾਚਲ ਵਿੱਚ ਪ੍ਰਚਾਰ ਕਰਨ ਲਈ ਜਾਣਾ ਚਾਹੁੰਦਾ ਸੀ, ਪਰ ਉਸ ਵੇਲੇ ਕਾਂਗਰਸ ਦੇ ਯੁਵਰਾਜ ਉੱਥੇ ਆਏ ਹੋਏ ਸੀ। ਯੁਵਰਾਜ ਤੋਂ ਉਹਨਾਂ ਦਾ ਭਾਵ ਹੈ ਕਿ ਰਾਹੁਲ ਗਾਂਧੀ ਉੱਥੇ ਆਏ ਹੋਏ ਸੀ ਤੇ ਉਹਨਾਂ ਦੇ ਕਾਰਨਾਂ ਕਰਕੇ ਮੇਰਾ ਹੈਲੀਕਾਪਟਰ ਜਿਹੜਾ ਉਹ ਰੋਕ ਦਿੱਤਾ ਗਿਆ ਸੀ। ਉਸ ਵੇਲੇ ਕਿਹਾ ਗਿਆ ਸੀਗਾ ਕਿ ਇਹ ਸੁਰੱਖਿਆ ਦਾ ਮਾਮਲਾ ਹੈ ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਨੇਤਾ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਮਾਮਲਾ ਸੀ, ਇਸ ਕਰਕੇ ਮੁੱਖ ਮੰਤਰੀ ਨੂੰ ਇਸ ਮਾਮਲੇ ਦੇ ਵਿੱਚ ਸਿਆਸਤ ਨਹੀਂ ਕਰਨੀ ਚਾਹੀਦੀ। ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਵਾਰ-ਵਾਰ ਇਹੀ ਗੱਲ ਇਤਰਾਜ਼ ਕੀਤੀ ਕਿ ਪਹਿਲਾਂ ਚੰਡੀਗੜ੍ਹ 'ਚ ਮੇਰਾ ਹੈਲੀਕਾਪਟਰ ਰੋਕਿਆ ਗਿਆ, ਫਿਰ ਸੁਜਾਨਪੁਰ ਦੇ ਵਿੱਚ ਰੋਕਿਆ ਗਿਆ
ਤੇ ਇੱਕ ਗੱਲ ਇਹਦੇ ਵਿੱਚੋਂ ਇਹ ਵਾਸੂ ਜੀ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਜੇ ਉਸ ਵੇਲੇ ਰਾਹੁਲ ਗਾਂਧੀ ਦੇ ਦੌਰੇ ਵੇਲੇ ਪ੍ਰਧਾਨ ਮੰਤਰੀ ਜਿਹੜੇ ਉਸ ਵੇਲੇ ਤਾਂ ਨਹੀਂ ਸੀ, ਮੁੱਖ ਮੰਤਰੀ ਸੀ ਗੁਜਰਾਤ ਦੇ, ਉਹਨਾਂ ਦਾ ਹੈਲੀਕਾਪਟਰ ਰੋਕਿਆ ਗਿਆ ਸੀ, ਤੇ ਕੀ ਅੱਜ ਉਸ ਚੀਜ਼ ਦਾ ਬਦਲਾ ਲਿਆ ਗਿਆ ਇਹ ਹੈਲੀਕਾਪਟਰ ਰੋਕ ਕੇ, ਜਾਂ ਕੀ ਸੱਚਮੁੱਚ ਇਹਦੇ ਵਿੱਚ ਸੁਰੱਖਿਆ ਕਾਰਨਾਂ ਕਰਕੇ ਕੋਈ ਇਸ ਤਰ੍ਹਾਂ ਦੀ ਪਲਾਨ ਸੀ? ਜੇ ਸੁਰੱਖਿਆ ਕਾਰਨਾਂ ਕਰਕੇ ਪਲਾਨ ਸੀ ਤਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਜਿਹੜੀਆਂ ਏਜੰਸੀਆਂ ਲੱਗੀਆਂ ਹੋਈਆਂ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਤਾਂ ਪਹਿਲਾਂ ਜਿਹੜਾ ਉਹ ਜਾਰੀ ਨਹੀਂ ਕੀਤਾ ਕਿ ਇਸ ਖੇਤਰ ਦੇ ਵਿੱਚ ਹੈਲੀਕਾਪਟਰ ਉਡਾਨ ਨਹੀਂ ਭਰ ਸਕਣਗੇ ਜਾਂ ਹਵਾਈ ਜਹਾਜ਼ ਉਡਾਨ ਨਹੀਂ ਭਰ ਸਕਣਗੇ। ਅੰਮ੍ਰਿਤਸਰ ਏਅਰਪੋਰਟ ਤੋਂ ਹਵਾਈ ਜਹਾਜ਼ ਜਿਹੜੇ ਸੀ ਉਹ ਲਗਾਤਾਰ ਉਡਾਣਾਂ ਭਰਦੇ ਰਹੇ, ਚੰਡੀਗੜ੍ਹ ਤੋਂ ਵੀ ਹਵਾਈ ਜਹਾਜ਼ ਜਿਹੜੇ ਸੀ ਉਹ ਲਗਾਤਾਰ ਉਡਾਣਾਂ ਭਰਦੇ ਰਹੇ, ਉਹਨਾਂ ਦੇ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਬਾਕੀ ਜਿੰਨੀ ਵੀ ਟਰਾਂਸਪੋਰਟੇਸ਼ਨ ਹੈ ਉਹਦੇ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਸਿਰਫ ਜਲੰਧਰ ਦੇ ਵਿੱਚ ਜਿਹੜਾ ਸੀ ਉਹ ਥੋੜ੍ਹਾ ਜਿਹਾ ਸੁਰੱਖਿਆ ਕਾਰਨਾਂ ਕਰਕੇ ਪਾਬੰਦੀਆਂ ਲਾਈਆਂ ਗਈਆਂ, ਰਸਤੇ ਰੋਕੇ ਗਏ। ਪਰ ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਨੂੰ ਰੋਕਣਾ, ਬਾਕੀ ਹੋਰ ਵੀ ਜਿਹੜੇ ਆ ਹੈਲੀਕਾਪਟਰ ਜਾਂ ਹੋਰ ਜਹਾਜ਼ ਸਾਰੇ ਆ ਉਹ ਰੂਟੀਨ ਦੇ ਵਿੱਚ ਉੱਡਦੇ ਰਹੇ, ਨਾ ਹੀ ਉਹਨਾਂ ਵਾਸਤੇ ਕੋਈ ਦਿਸ਼ਾ ਨਿਰਦੇਸ਼ ਜਿਹੜੇ ਉਹ ਜਾਰੀ ਕੀਤੇ ਗਏ ਸੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਇੰਨੇ ਵੱਡੇ ਪੱਧਰ ਦੇ ਉੱਤੇ ਵੀ ਹੁੰਦੀਆਂ ਨੇ ਜਾਂ ਕੀਤਾ ਜਾਂਦਾ ਸਾਰਾ ਕੁਝ, ਇਹ ਇਹਨਾਂ ਗੱਲਾਂ ਤੋਂ ਹੀ ਸਾਹਮਣੇ ਆਇਆ। ਪਰ ਚਰਨਜੀਤ ਸਿੰਘ ਚੰਨੀ ਨੇ ਜ਼ਰੂਰ ਇਸ ਚੀਜ਼ ਦਾ ਬੜਾ ਸਖਤ ਇਤਰਾਜ਼ ਕੀਤਾ ਹੈ ਕਿ ਮੈਂ ਕੋਈ ਅੱਤਵਾਦੀ ਨਹੀਂ, ਦਹਿਸ਼ਤਵਾਦੀ ਨਹੀਂ, ਮੈਂ ਮੁੱਖ ਮੰਤਰੀ ਹਾਂ ਸੂਬੇ ਦਾ, ਤੇ ਮੈਨੂੰ ਹੀ ਇੱਕ ਤੋਂ ਦੂਜੀ ਜਗ੍ਹਾ ਜਿਹੜਾ ਉਹ ਜਾਣ ਨਹੀਂ ਦਿੱਤਾ ਗਿਆ, ਜਦ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਸਾਰਾ ਜ਼ਿੰਮਾ ਵੀ ਸਾਡਾ ਹੀ ਸੀ, ਅਸੀਂ ਹੀ ਉਹਨਾਂ ਦੀ ਸੁਰੱਖਿਆ ਦੇ ਸਾਰੇ ਪ੍ਰਬੰਧ ਕਰ ਰਹੇ ਸੀ ਜੀ। ਹਾਂਜੀ। ਤੇ ਸੰਧੂ ਸਾਹਿਬ, ਮੋਦੀ ਦੀ ਇਹ ਰੈਲੀ ਕਾਰਨ ਆਮ ਲੋਕਾਂ ਨੂੰ ਵੀ ਕਹਿੰਦੇ ਕਾਫੀ ਪਰੇਸ਼ਾਨੀ ਹੋਈ, ਸਿਰਫ ਉਹਨਾਂ ਗੱਡੀਆਂ ਨੂੰ ਹੀ ਲੰਘਣ ਦਿੱਤਾ ਗਿਆ ਜਿਨ੍ਹਾਂ ਦੇ ਉੱਤੇ ਭਾਜਪਾ ਦੇ ਝੰਡੇ ਲੱਗੇ ਹੋਏ ਸੀ। ਬਿਲਕੁਲ ਜੀ, ਜਲੰਧਰ ਤੇ ਇੱਕ ਤਰ੍ਹਾਂ ਦੇ ਨਾਲ ਆਪਾਂ ਦੇਖਦੇ ਹਾਂ ਕਿ ਕੱਲ ਜਿਹੜਾ ਨਾ ਉਹ ਸੀਲ ਹੀ ਕਰ ਦਿੱਤਾ ਗਿਆ ਸੀਗਾ, ਕਿਸੇ ਪਾਸੇ ਕਿਸੇ ਨੂੰ ਆਉਣ ਜਾਣ ਦੀ ਜਿਹੜੀ ਆ ਉਹ ਇਜਾਜ਼ਤ ਨਹੀਂ ਸੀ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਜਿਹੜੀ ਰੈਲੀ ਹੈ ਉਹ ਤੇ ਇੱਕ ਕੰਪਲੈਕਸ ਦੇ ਵਿੱਚ ਸਿਮਟੀ ਹੋਈ ਸੀ, ਪੀਏਪੀ ਕੰਪਲੈਕਸ ਦੇ ਵਿੱਚ। ਪੀਏਪੀ ਕੰਪਲੈਕਸ ਹੈ ਜਿੱਥੇ ਨਾਰਮਲ ਹਾਲਾਤ ਦੇ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸੁਰੱਖਿਆ ਮੁਲਾਜ਼ਮ ਆ ਉਹ ਰਹਿੰਦੇ ਨੇ। ਔਰ ਕੱਲ ਤਾਂ ਫਿਰ ਇੱਥੇ ਪੂਰੇ ਸੂਬੇ ਦੀ ਜਿਹੜੀ ਪੁਲਿਸ ਹੈ, ਕੇਂਦਰ ਦੀਆਂ ਸੁਰੱਖਿਆ ਏਜੰਸੀਆਂ, ਸਾਰੀਆਂ ਫੋਰਸਾਂ ਜਿਹੜੀਆਂ ਉਹ ਇੱਥੇ ਤਾਇਨਾਤ ਸੀ। ਪਰ ਇਸ ਦੌਰਾਨ ਰਸਤੇ ਜਿਹੜੇ ਜਿਸ ਢੰਗ ਦੇ ਨਾਲ ਬੰਦ ਕੀਤੇ ਗਏ, ਕਿਉਂਕਿ ਇੱਕ ਇੱਥੇ ਕੱਲ ਗੁਰਪੁਰਬ ਜਿਹੜਾ ਉਹਦੇ ਪ੍ਰਬੰਧ ਵੀ ਚੱਲ ਰਹੇ ਸੀਗੇ, ਗੁਰਪੁਰਬ ਵੀ ਚੱਲ ਰਿਹਾ ਸੀ ਰਵਿਦਾਸ ਜੀ ਮਹਾਰਾਜ ਦਾ। ਇੱਕ ਸਾਈਡ ਜਿਹੜੀ ਨਕੋਦਰ ਵਾਲੀ ਹੈ ਜਲੰਧਰ ਦੇ ਵਿੱਚ ਉਹ ਇਸ ਕਰਕੇ ਬੰਦ ਸੀ, ਤੇ ਜਿਹੜੀ ਲੁਧਿਆਣਾ ਵਾਲੀ ਤੇ ਪਠਾਨਕੋਟ ਵਾਲੀ ਹੈ ਉਹ ਦੋ ਰਸਤੇ ਇਸ ਕਰਕੇ ਬੰਦ ਕਰ ਦਿੱਤੇ ਗਏ ਕਿ ਪੀਏਪੀ ਕੰਪਲੈਕਸ ਦੇ ਵਿੱਚ ਪ੍ਰਧਾਨ ਮੰਤਰੀ ਹੋਰਾਂ ਦੀ ਰੈਲੀ ਹੈ। ਇਹਦਾ ਮਤਲਬ ਹੈ ਕਿ ਤਿੰਨ ਪਾਸਿਆਂ ਤੋਂ ਕੱਲ ਜਲੰਧਰ ਜਿਹੜਾ ਉਹ ਬੰਦ ਸੀ, ਨਾ ਕੋਈ ਆ ਸਕਦਾ ਸੀ ਨਾ ਕੋਈ ਜਾ ਸਕਦਾ ਸੀ। ਇਸ ਕਰਕੇ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਪਰ ਇਸ ਦੌਰਾਨ ਜਿਹੜੀ ਗੱਲ ਦੇਖਣ ਵਿੱਚ ਆਈ ਹੈ ਕਿ ਜਿੱਥੇ ਜਿੱਥੇ ਕਿਤੇ ਪੁਲਿਸ ਨੇ ਬੈਰੀਕੇਡਿੰਗ ਕੀਤੀ ਸੀ, ਜਿੱਥੇ ਜਿੱਥੇ ਨਾਕੇ ਲੱਗੇ ਸੀ, ਉੱਥੇ ਸਭ ਨੂੰ ਰੋਕਿਆ ਜਾ ਰਿਹਾ ਸੀ। ਸਿਰਫ ਭਾਰਤੀ ਜਨਤਾ ਪਾਰਟੀ ਦੇ ਝੰਡੇ ਵਾਲੀਆਂ ਕਾਰਾਂ ਜਾਂ ਜਿਨ੍ਹਾਂ ਦੇ ਉੱਤੇ ਪੋਸਟਰ ਲੱਗੇ ਸੀ ਭਾਰਤੀ ਜਨਤਾ ਪਾਰਟੀ ਦੇ, ਜਾਂ ਉਹਨਾਂ ਦੇ ਕੋਲ ਕੁਝ ਵੀ ਇਸ ਤਰ੍ਹਾਂ ਦਾ ਕੋਈ ਸੂਚਨਾ ਸੀ, ਨਿਸ਼ਾਨ ਸੀ ਕੋਈ ਜਿੱਥੋਂ ਪਤਾ ਲੱਗੇ ਕਿ ਰੈਲੀ 'ਚ ਜਾ ਰਹੇ ਨੇ ਜਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਲੋਕ ਨੇ, ਉਹਨਾਂ ਨੂੰ ਉੱਥੋਂ ਲੰਘਣ ਦਿੱਤਾ ਗਿਆ। ਦੂਜਿਆਂ ਕੋਲੋਂ ਬੜੀ ਸਖਤੀ ਨਾਲ ਪੁੱਛਗਿੱਛ ਕੀਤੀ ਗਈ, ਔਰ ਉਹਦੇ ਵਿੱਚ ਜੇ ਕੋਈ ਇੱਕ ਅੱਧ ਕੇਸ ਬਹੁਤ ਜ਼ਿਆਦਾ ਐਮਰਜੈਂਸੀ ਵਾਲਾ ਜਾਂ ਸਖਤ ਕੋਈ ਉਹਨਾਂ ਦੀ ਜ਼ਰੂਰਤ ਸੀ ਕਿਸੇ ਕਿਸਮ ਦੀ, ਤਾਂ ਸ਼ਾਇਦ ਕਿਸੇ ਇੱਕ ਅੱਧੇ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ, ਨਹੀਂ ਤਾਂ ਉੱਥੋਂ ਕਿਸੇ ਨੂੰ ਆਉਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਰਕੇ ਲੋਕਾਂ ਨੂੰ ਬੜੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਹੁਣ ਜਿੱਥੇ ਪ੍ਰਧਾਨ ਮੰਤਰੀ ਹੋਰਾਂ ਦੀ ਰੈਲੀ ਹੋ ਰਹੀ ਸੀ, ਜਿਹੜੇ ਉਹਦੇ ਆਲੇ ਦੁਆਲੇ ਪਾਰਕਿੰਗ ਸਥਾਨ ਬਣਾਏ ਸੀ ਉਹ ਵੀ 1.5-2 ਕਿਲੋਮੀਟਰ ਦੀ ਦੂਰੀ ਤੇ ਬਣਾਏ ਗਏ ਸੀ। ਪਹਿਲੀ ਗੱਲ ਤਾਂ ਹੈ ਕਿ ਰੈਲੀ ਵਿੱਚ ਆਮ ਲੋਕ ਜਿਹੜੇ ਆ ਉਹ ਇਸ ਕਰਕੇ ਡਰਦੇ ਹੀ ਨਹੀਂ ਆਏ ਕਿਉਂਕਿ ਬੜੇ ਸਖਤ ਸੁਰੱਖਿਆ ਪ੍ਰਬੰਧ ਸੀ, ਨਹੀਂ ਤਾਂ ਸ਼ਾਇਦ ਰੈਲੀ ਦੇ ਵਿੱਚ ਹੋਰ ਬਹੁਤ ਜ਼ਿਆਦਾ ਲੋਕ ਆ ਸਕਦੇ ਸੀ। ਸਿਰਫ ਉੱਥੇ ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਲੋਕ ਆ ਉਹ ਹੀ ਜ਼ਿਆਦਾਤਰ ਗਏ ਆ, ਜਾਂ ਉੱਥੇ ਸੁਰੱਖਿਆ ਮੁਲਾਜ਼ਮ ਸੀ 5000 ਤੋਂ ਵੱਧ ਤਾਂ ਉੱਥੇ ਸੁਰੱਖਿਆ ਮੁਲਾਜ਼ਮ ਸੀ ਉੱਥੇ ਆਲੇ ਦੁਆਲੇ। ਔਰ ਜੇ ਇੰਨੇ ਵੀ ਲੋਕ ਆ ਗਏ ਤੇ ਆਪਣੇ ਆਪ ਹੀ ਉੱਥੇ ਲੱਗਣਾ ਸੀ ਕਿ ਬੜਾ ਵੱਡਾ ਇਕੱਠ ਹੋ ਗਿਆ, ਜਦਕਿ ਜਿਹੜੇ ਪੰਜਾਬ ਦੇ ਆਮ ਲੋਕ ਸੀ ਉਹਨਾਂ ਦੀ ਸ਼ਮੂਲੀਅਤ ਇਹਦੇ ਵਿੱਚ ਬਹੁਤ ਘੱਟ ਰਹੀ ਹੈ, ਨਾ ਮਾਤਰ ਹੀ ਆਪਾਂ ਇਹਨੂੰ ਕਹਿ ਸਕਦੇ ਹਾਂ। ਹਾਂ, ਉੱਥੇ ਮੀਡੀਆ ਵਾਲੇ ਲੋਕ ਜਿਹੜੇ ਨੇ ਉਹ ਜ਼ਰੂਰ ਸੀ, ਉਹ ਵੀ ਬੜੇ ਗਿਣਵੇਂ ਚੁਣਵੇਂ ਲੋਕਾਂ ਨੂੰ ਜਾਣ ਦਿੱਤਾ ਗਿਆ, ਔਰ ਸਰਕਾਰ ਵੱਲੋਂ ਹੀ ਉਹਦਾ ਪ੍ਰਬੰਧ ਕੀਤਾ ਗਿਆ ਸੀ ਕਿ ਕਿੰਨੇ ਲੋਕ ਜਾਣਗੇ, ਕਿੱਥੇ ਕਿੱਥੇ ਜਾਣਗੇ, ਕਿੱਥੇ ਬਹਿਣਗੇ। ਸੋ ਇਸ ਤਰ੍ਹਾਂ ਦੇ ਬੰਦੋਬਸਤ ਜਿਹੜੇ ਕੀਤੇ ਗਏ ਸੀ। ਸਿਰਫ ਝੰਡੀ ਵਾਲੀਆਂ ਕਾਰਾਂ, ਭਾਰਤੀ ਜਨਤਾ ਪਾਰਟੀ ਦੀਆਂ ਝੰਡੀ ਵਾਲੀਆਂ ਕਾਰਾਂ, ਉਹਨਾਂ ਨੂੰ ਹੀ ਜਾਣ ਦਿੱਤਾ ਗਿਆ। ਰਾਮਾ ਮੰਡੀ ਤਾਂ ਪੂਰੀ ਦੀ ਪੂਰੀ ਬੰਦ ਸੀ, ਪੂਰੇ ਬਾਜ਼ਾਰ ਬੰਦ ਸੀ, ਸੜਕਾਂ ਬੰਦ ਸੀ, ਕਿਸੇ ਪਾਸਿਓਂ ਬੰਦੇ ਨੂੰ ਆਉਣ ਜਾਣ ਦੀ ਇਜਾਜ਼ਤ ਬਿਲਕੁਲ ਨਹੀਂ ਸੀ। ਤੇ ਸੰਧੂ ਸਾਹਿਬ, ਅਰਵਿੰਦ ਕੇਜਰੀਵਾਲ ਤੇ ਚਰਨਜੀਤ ਚੰਨੀ ਨੇ ਵੀ ਇੱਕ ਦੂਜੇ ਤੇ ਬੜੇ ਤਿੱਖੇ ਹਮਲੇ ਕੀਤੇ ਨੇ, ਕੀ ਕਿਹਾ ਜੀ ਇਹਨਾਂ ਨੇ?
ਦੋਨਾਂ ਦਾ ਟਕਰਾਅ ਜਿਹੜਾ, ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਹੈ, ਇੱਕ ਪਾਸੇ ਦਿੱਲੀ ਦਾ ਮੁੱਖ ਮੰਤਰੀ ਹੈ ਆਮ ਆਦਮੀ ਪਾਰਟੀ ਦਾ, ਔਰ ਨਿਸ਼ਾਨੇ ਤਾਂ ਜਿਹੜੇ ਨੇ ਉਹ ਇਸ ਐਂਗਲ ਤੋਂ ਹੀ ਲੱਗ ਰਹੇ ਨੇ। ਜਿਵੇਂ ਆਪਾਂ ਵਾਰ-ਵਾਰ ਖਬਰਾਂ 'ਚ ਇਸ ਚੀਜ਼ ਦਾ ਜ਼ਿਕਰ ਕਰਦੇ ਹਾਂ ਕਿ ਨਿਸ਼ਾਨੇ ਇਸ ਕਰਕੇ ਲੱਗ ਰਹੇ ਨੇ ਕਿ ਉਹ ਕਹਿੰਦਾ ਇਹ ਬੰਦਾ ਮਾੜਾ ਆ, ਚੰਗਾ ਨਹੀਂ ਹੈਗਾ ਪੰਜਾਬ ਦੇ ਹਿੱਤਾਂ ਵਾਸਤੇ, ਉਹ ਕਹਿੰਦਾ ਇਹ ਬੰਦਾ ਚੰਗਾ ਆ ਪੰਜਾਬ ਦੇ ਹਿੱਤਾਂ ਵਾਸਤੇ। ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਕਸ਼ਮਕਸ਼ ਚੱਲਦੀ ਰਹਿੰਦੀ ਹੈ। ਫਿਰ ਇੱਕ ਦੂਜੇ ਨੂੰ ਪਛਾੜਨ ਦੀ ਗੱਲ ਕੀਤੀ ਜਾਂਦੀ ਹੈ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਵੀ ਗੱਲ ਕੀਤੀ ਜਾਂਦੀ ਹੈ। ਕੇਜਰੀਵਾਲ ਹੋਰਾਂ ਨੇ ਕੁਝ ਅੰਕੜੇ ਇਕੱਠੇ ਕਰਕੇ ਕੱਢ ਕੇ ਦੱਸਿਆ ਕਿ ਅਸੀਂ 3 ਵਾਰ ਸਰਵੇ ਕਰਵਾਇਆ ਉਹਨਾਂ ਸੀਟਾਂ ਦਾ ਜਿੱਥੋਂ ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਹ ਚੋਣ ਲੜ ਰਹੇ ਨੇ, ਜਿਨ੍ਹਾਂ ਵਿੱਚ ਇੱਕ ਚਮਕੌਰ ਸਾਹਿਬ ਹਲਕਾ ਆ, ਦੂਜਾ ਭਦੌੜ ਦਾ। ਉਹ ਕਹਿੰਦੇ ਕਿ 3 ਵਾਰ ਅਸੀਂ ਉੱਥੇ ਸਰਵੇ ਕਰਾਇਆ ਤੇ ਸਾਨੂੰ ਪਤਾ ਲੱਗਿਆ ਕਿ ਚਮਕੌਰ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਤਾਂ 52% ਵੋਟਰਾਂ ਦੀ ਹਮਾਇਤ ਮਿਲ ਰਹੀ ਹੈ, ਜਦ ਕਿ ਚਰਨਜੀਤ ਸਿੰਘ ਚੰਨੀ ਨੂੰ ਸਿਰਫ 35% ਵੋਟਰਾਂ ਦੀ ਸਪੋਰਟ ਮਿਲ ਰਹੀ ਹੈ। ਇਹਦਾ ਮਤਲਬ ਕਿ ਉੱਥੇ ਉਹ ਪਿਛੜ ਰਹੇ ਹੈ। ਇਸੇ ਤਰ੍ਹਾਂ ਉਹਨਾਂ ਕਿਹਾ ਕਿ ਭਦੌੜ ਦੇ ਵਿੱਚ ਆਮ ਆਦਮੀ ਪਾਰਟੀ ਨੂੰ 48% ਬਿਲਕੁਲ ਬਕਾਇਦਾ ਉਹਨਾਂ ਨੇ ਇਸ ਤਰ੍ਹਾਂ ਦੇ ਅੰਕੜੇ ਪੇਸ਼ ਕੀਤੇ ਹੈ ਕਿ 48% ਲੋਕਾਂ ਦੀ ਹਮਾਇਤ ਵੋਟਰਾਂ ਦੀ ਮਿਲ ਰਹੀ ਹੈ ਭਦੌੜ ਦੇ ਵਿੱਚ ਆਮ ਆਦਮੀ ਪਾਰਟੀ ਨੂੰ, ਤੇ ਚਰਨਜੀਤ ਸਿੰਘ ਚੰਨੀ ਨੂੰ 30% ਜਿਹੜੇ ਵੋਟਰਾਂ ਦੀ ਹਮਾਇਤ ਉੱਥੇ ਮਿਲ ਰਹੀ ਹੈ। ਇਸ ਕਰਕੇ ਦੋਵਾਂ ਸੀਟਾਂ ਤੋਂ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਹਾਰ ਰਹੇ ਨੇ ਔਰ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤ ਰਹੀ ਹੈ। ਦੂਜੇ ਪਾਸੇ ਇਸ ਚੀਜ਼ ਦਾ ਜਵਾਬ ਚਰਨਜੀਤ ਸਿੰਘ ਚੰਨੀ ਨੇ ਇਹ ਦਿੱਤਾ ਹੈ ਕਿ ਜਿਹੜਾ ਧੂਰੀ ਤੋਂ ਭਗਵੰਤ ਮਾਨ ਹੈ ਉਹ 20,000 ਵੋਟ ਦੇ ਨਾਲ ਉੱਥੋਂ ਹਾਰ ਰਿਹਾ ਹੈ। ਔਰ ਉਹਨਾਂ ਨੇ ਇਹ ਜਿਹੜਾ ਨਿਸ਼ਾਨਾ ਲਾਇਆ ਕੇਜਰੀਵਾਲ ਦੇ ਉੱਤੇ ਕਿ ਕੇਜਰੀਵਾਲ ਖੁਦ ਉੱਥੋਂ ਭਗਵੰਤ ਮਾਨ ਨੂੰ ਹਰਾਉਣਾ ਚਾਹੁੰਦਾ ਹੈ ਤਾਂ ਕਿ ਭਗਵੰਤ ਮਾਨ ਜਿਹੜਾ ਉਹ ਹਾਰ ਜਾਵੇ ਤੇ ਉਹਦੀ ਥਾਂ ਦੇ ਉੱਤੇ ਫਿਰ ਕੇਜਰੀਵਾਲ ਆਪ ਜਿਹੜੇ ਆ ਉਹ ਮੁੱਖ ਮੰਤਰੀ ਬਣ ਜਾਣ। ਜੇ ਭਗਵੰਤ ਮਾਨ ਐਮਐਲਏ ਹੀ ਨਹੀਂ ਬਣੇਗਾ ਤੇ ਫਿਰ ਉਹ ਮੁੱਖ ਮੰਤਰੀ ਕਿਵੇਂ ਬਣੇਗਾ? ਉਹਨਾਂ ਨੇ ਇਹ ਨਿਸ਼ਾਨਾ ਲਾਇਆ ਹੈ। ਸੋ ਇਸ ਪੱਧਰ ਦੇ ਉੱਤੇ ਜਿਹੜੀ ਸਿਆਸਤ ਹੈ ਉਹ ਹੁਣ ਉੱਤਰ ਆਈ ਹੈ। ਆਪਣੀ ਕਾਰਗੁਜ਼ਾਰੀ ਦਿਖਾਉਣ ਦੀ ਬਜਾਏ ਤਾਂ ਵੋਟਰਾਂ ਨੂੰ ਆਪਣੇ ਨਾਲ ਜੋੜਨ ਦੀ ਬਜਾਏ ਇਸ ਤਰ੍ਹਾਂ ਦੇ ਹੱਥਕੰਡੇ ਵਰਤੇ ਜਾਂਦੇ ਨੇ, ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਹਾਲਾਂਕਿ ਇਹੋ ਜਿਹਾ ਕੁਝ ਜਿਹੜਾ ਉਹ ਨਹੀਂ ਹੋਣਾ ਚਾਹੀਦਾ, ਕਿਉਂਕਿ ਚੋਣ ਕਮਿਸ਼ਨ ਨੇ ਚੋਣ ਸਰਵੇਖਣਾਂ ਦੇ ਉੱਤੇ ਪਾਬੰਦੀ ਲਾਈ ਹੋਈ ਹੈ, ਪਰ ਨੇਤਾ ਲੋਕ ਆਪੇ ਹੀ ਆਪਣੇ ਸਰਵੇਖਣ ਕਰਾ ਕੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੇ ਕਿ ਉਹ ਉੱਥੋਂ ਇੰਨੀ ਵੋਟ ਨਾਲ ਹਾਰ ਰਿਹਾ ਹੈ, ਉਹ ਉੱਥੋਂ ਇੰਨੀ ਵੋਟ ਦੇ ਨਾਲ ਹਾਰ ਰਿਹਾ ਹੈ। ਜਿਹੜੇ ਕੁਝ ਲੋਕ ਜਿਹੜੇ ਨੇ ਕਿਸੇ ਹੱਦ ਤੱਕ 2-4-5% ਆਪਾਂ ਸਮਝ ਸਕਦੇ ਹਾਂ ਕਿ ਉਹ ਇਹਨਾਂ ਗੱਲਾਂ ਤੋਂ ਵੀ ਪ੍ਰਭਾਵਿਤ ਹੋ ਸਕਦੇ ਨੇ ਕਿ ਲੈ ਜੀ ਇਹ ਤਾਂ ਮੁੱਖ ਮੰਤਰੀ ਆਪ ਕਹਿ ਕੇ ਗਏ ਨੇ ਕਿ ਉਹ ਉੱਥੋਂ ਹਾਰ ਰਿਹਾ ਆ, ਫਿਰ ਇਸ ਬੰਦੇ ਨੂੰ ਵੋਟ ਕੱਲ੍ਹ ਹੀ ਪਾਉਣੀ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਹੜੀਆਂ ਕਿ ਬਚਕਾਨਾ ਗੱਲਾਂ ਲੱਗਦੀਆਂ ਨੇ। ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਆਪਣਾ ਪ੍ਰੋਗਰਾਮ ਪੇਸ਼ ਕਰਨਾ ਚਾਹੀਦਾ ਹੈ, ਸੂਬੇ ਦੇ ਲੋਕਾਂ ਵਾਸਤੇ, ਸੂਬੇ ਦੇ ਹਿੱਤ ਵਾਸਤੇ ਆਪਣੀ ਗੱਲ ਰੱਖਣੀ ਚਾਹੀਦੀ ਆ ਔਰ ਉਹਨਾਂ ਗੱਲਾਂ ਦੇ ਆਧਾਰ ਉੱਤੇ ਹੀ ਚੋਣ ਲੜੀ ਜਾਣੀ ਚਾਹੀਦੀ ਹੈ। ਜੀ ਸੰਧੂ ਸਾਹਿਬ, ਪ੍ਰਧਾਨ ਮੰਤਰੀ ਮੋਦੀ ਦੀ ਐਤਵਾਰ ਨੂੰ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਹੋਈ ਹੈ, ਕੀ ਗੱਲਬਾਤ ਹੋਈ ਜੀ ਇਸ ਮੀਟਿੰਗ ਦੌਰਾਨ? ਵਾਸੂ ਜੀ, ਗੱਲ ਤੇ ਇੱਕੋ ਹੀ ਹੋਣੀ ਹੁੰਦੀ ਹੈ। ਇਸ ਮੌਕੇ ਤੇ ਹੋਰ ਗੱਲਾਂ ਤਾਂ ਮੇਰੇ ਖਿਆਲ ਪਿਛੜ ਕੇ ਰਹਿ ਗਈਆਂ। ਜਿਸ ਪਾਸਿਓਂ ਵੀ ਕੋਈ ਨਿਸ਼ਾਨਾ ਲਾਇਆ ਜਾਊਗਾ, ਜਿਸ ਪਾਸੇ ਵੀ ਕੋਈ ਗੰਢ ਧੁੱਪ ਕੀਤੀ ਜਾਊਗੀ, ਜਿਸ ਪਾਸੇ ਵੀ ਕੋਈ ਅਸਰ ਰਸੂਖ ਦੀ ਵਰਤੋਂ ਕੀਤੀ ਜਾਏਗੀ, ਕੋਈ ਮੇਲ ਮਿਲਾਪ ਵਧਾਇਆ ਜਾਏਗਾ, ਜੋ ਵੀ ਕੁਝ ਐਫਰਟਸ ਹੋਣਗੀਆਂ, ਯਤਨ ਹੋਣਗੇ, ਉਹਨਾਂ ਦਾ ਘੁੰਮ ਫਿਰ ਕੇ ਜਿਹੜਾ ਨਿਸ਼ਾਨਾ ਹੈ ਜਾਂ ਉਹਨਾਂ ਦਾ ਮਕਸਦ ਹੈ, ਟਾਰਗੇਟ ਹੈ ਜਿਹੜਾ, ਉਹ ਇੱਕ ਹੀ ਆ ਜਾਏਗਾ ਚੋਣਾਂ ਦੇ ਉੱਤੇ ਤੇ ਵੋਟਾਂ ਦੇ ਉੱਤੇ। ਹੁਣ ਪੰਜਾਬ ਦੇ ਵਿੱਚ ਜਿਹੜੇ ਡੇਰੇ ਨੇ ਇਹਨਾਂ ਦਾ ਬੜਾ ਵੱਡਾ ਪ੍ਰਭਾਵ ਹੈ। ਆਪਾਂ ਪਹਿਲਾਂ ਹੀ ਗੱਲ ਕਰਦੇ ਰਹਿੰਦੇ ਹਾਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਕਿ ਪਿਛਲੇ ਦਿਨੀ ਜਿਹੜੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੇ ਉਹਨਾਂ ਨੂੰ 21 ਦਿਨ ਦੀ ਪੈਰੋਲ ਦਿੱਤੀ ਗਈ ਹੈ ਔਰ ਉਹ ਪੈਰੋਲ ਦੇਣ ਦੌਰਾਨ ਹੀ ਇਹ ਗੱਲਾਂ ਜਿਹੜੀਆਂ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਹੀ ਉੱਠ ਕੇ ਬਾਹਰ ਆ ਗਈਆਂ ਸੀ ਕਿ ਚੋਣਾਂ ਦੇ ਐਂਗਲ ਤੋਂ ਉਹਨਾਂ ਨੂੰ ਪੈਰੋਲ ਦਿੱਤੀ ਗਈ ਹੈ। ਜਦੋਂ ਹਰਿਆਣਾ ਦੇ ਜਿਹੜੇ ਜੇਲ੍ਹ ਮੰਤਰੀ ਹੈ ਉਹਨਾਂ ਨੇ 2 ਦਿਨ ਪਹਿਲਾਂ ਕਹਿ ਦਿੱਤਾ ਸੀ ਕਿ ਜਿਹੜਾ ਕੋਈ ਆਦਮੀ 3 ਸਾਲ ਜੇਲ੍ਹ ਦੇ ਵਿੱਚ ਰਿਹਾ ਹੁੰਦਾ ਕਿਸੇ ਵੀ ਕੇਸ ਦੇ ਵਿੱਚ ਉਹ ਪੈਰੋਲ ਦਾ ਹੱਕਦਾਰ ਹੈ, ਪੈਰੋਲ ਲੈ ਸਕਦਾ ਹੈ। ਹਜੇ ਕਿ ਪੈਰੋਲ ਉਹਨਾਂ ਨੂੰ 2 ਦਿਨ ਬਾਅਦ ਦਿੱਤੀ ਗਈ ਹੈ। ਉਸ ਵੇਲੇ ਕਿਸੇ ਦੇ ਵਿੱਚ ਇਸ ਤਰ੍ਹਾਂ ਦੀ ਚਰਚਾ ਹੀ ਨਹੀਂ ਸੀ। ਜਦੋਂ ਪੈਰੋਲ ਦਿੱਤੀ ਗਈ ਤਾਂ ਉਦੋਂ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਸਾਹਿਬ ਨੇ ਇਹ ਕਹਿ ਦਿੱਤਾ ਕਿ ਇਹ ਜਿਹੜੀ ਪੈਰੋਲ ਦਿੱਤੀ ਗਈ ਹੈ ਜੇ ਇਹਦਾ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ। ਇਹ ਗੱਲ ਕਹਿਣ ਦੀ ਕੀ ਲੋੜ ਸੀ? ਉੱਥੋਂ ਸਾਰੀ ਗੱਲ ਕਲੀਅਰ ਹੋ ਗਈ ਸੀ ਕਿ ਚੋਣਾਂ ਨਾਲ ਸੰਬੰਧ ਹੈ। ਔਰ ਅੱਜ ਕੱਲ੍ਹ ਉੱਥੇ ਵੀ ਇਹ ਮੰਥਨ ਚੱਲ ਰਿਹਾ ਇਸ ਗੱਲ ਦੇ ਉੱਤੇ ਕਿ ਡੇਰਾ ਨੇ ਕਿਸ ਬੰਦੇ ਦੇ ਹੱਕ 'ਚ, ਕਿਸ ਪਾਰਟੀ ਦੇ ਹੱਕ 'ਚ ਵੋਟਾਂ ਪਾਉਣੀਆਂ। ਇਹ ਫੈਸਲਾ ਤੇ ਲਗਭਗ ਹੋ ਹੀ ਚੁੱਕਾ ਹੈ, ਉਹਨੂੰ ਅਨਾਊਂਸ ਹੀ ਕਰਨਾ ਸਿਰਫ। ਔਰ ਉਹਨਾਂ ਨੇ ਕਿਹਾ ਕਿ ਵੋਟਾਂ ਤੋਂ 1 ਦਿਨ ਪਹਿਲਾਂ ਹੀ ਜਿਹੜੇ ਸਾਡੇ ਸ਼ਰਧਾਲੂ ਨੇ ਉਹਨਾਂ ਨੂੰ ਦੱਸਿਆ ਜਾਏਗਾ ਕਿ ਤੁਸੀਂ ਕਿੱਥੇ ਮੋਹਰ ਲਾਉਣੀ ਹੈ।
ਹੁਣ ਇਸ ਦੌਰਾਨ ਜਿਹੜਾ ਡੇਰਾ ਬਿਆਸ ਹੈ ਇਹ ਬਹੁਤ ਵੱਡਾ ਆਪਾਂ ਡੇਰਾ ਇਹਨੂੰ ਸਮਝ ਸਕਦੇ ਹਾਂ, ਦੂਜੇ ਨੰਬਰ ਦੇ ਉੱਤੇ ਆ ਔਰ 10-12 ਸੀਟਾਂ ਦੇ ਉੱਤੇ ਤਾਂ ਇਹਦਾ ਸਿੱਧਾ ਇਫੈਕਟ ਪੈਂਦਾ ਬਿਲਕੁਲ ਡਾਇਰੈਕਟ, ਜਿੱਥੇ ਇਹ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਬਾਕੀ ਪੰਜਾਬ, ਸਾਰੇ ਪੰਜਾਬ ਦੇ ਵਿੱਚ ਵੀ ਇਹਨਾਂ ਦੇ ਵੋਟਰ ਨੇ, ਚਾਹੇ ਉਹ 4% ਨੇ, ਚਾਹੇ 5%, ਚਾਹੇ 3%, ਸਾਰੇ ਪੰਜਾਬ ਦੇ ਵਿੱਚ ਹਰੇਕ ਸੀਟ ਦੇ ਉੱਤੇ ਇਹਨਾਂ ਦੇ ਵੋਟਰ ਬੈਠੇ ਨੇ। ਸੋ ਉਹਨਾਂ ਦੇ ਨਾਲ ਐਤਵਾਰ ਨੂੰ ਪ੍ਰਧਾਨ ਮੰਤਰੀ ਹੋਰਾਂ ਨੇ ਮੁਲਾਕਾਤ ਕੀਤੀ ਹੈ। ਜਿਹੜੇ ਗੁਰਿੰਦਰ ਸਿੰਘ ਢਿੱਲੋਂ ਜੀ ਮੁਖੀ ਨੇ ਇਸ ਵੇਲੇ ਡੇਰਾ ਬਿਆਸ ਦੇ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਦੌਰਾਨ ਸਿਰਫ ਪ੍ਰਧਾਨ ਮੰਤਰੀ ਹੋਰਾਂ ਨੇ ਟਵੀਟ ਕਰਕੇ ਇੱਕ ਗੱਲ ਜ਼ਾਹਰ ਕੀਤੀ ਸੀ ਕਿ ਜਿਹੜਾ ਡੇਰਾ ਬਿਆਸ ਹੈ ਇਹ ਮਨੁੱਖਤਾ ਦੀ ਸੇਵਾ ਦੇ ਬੜੇ ਵੱਡੇ ਕਾਰਜ ਕਰ ਰਿਹਾ ਹੈ, ਅਤੇ ਇਹ ਜਿਹੜੇ ਮਹਾਂਪੁਰਸ਼ ਹੈ ਉੱਥੇ ਦੇ ਜਿਹੜੇ ਮੁਖੀ ਹੈ ਉਹਨਾਂ ਦੇ ਨਾਲ ਮਿਲ ਕੇ ਮੈਨੂੰ ਬੜਾ ਅੱਛਾ ਲੱਗਿਆ। ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ। ਤੇ ਉਸ ਤੋਂ ਅਗਲੇ ਦਿਨ ਹੀ ਉਹਨਾਂ ਦੀ ਰੈਲੀ ਸੀ, ਪਰਸੋਂ ਉਹਨਾਂ ਨੇ ਮੀਟਿੰਗ ਕੀਤੀ ਹੈ, ਕੱਲ੍ਹ ਉਹਨਾਂ ਦੀ ਪੰਜਾਬ ਦੇ ਵਿੱਚ ਰੈਲੀ ਸੀ, ਅਜੇ 2 ਰੈਲੀਆਂ ਉਹਨਾਂ ਨੇ ਹੋਰ ਕਰਨੀਆਂ ਨੇ। ਔਰ ਇਸ ਦੌਰਾਨ ਜਿਹੜੇ ਇਹਨਾਂ ਦਾ ਜਿਹੜਾ ਡੇਰਿਆਂ ਦਾ ਪ੍ਰਬੰਧ ਹੈ ਇਹ ਵਾਸੂ ਜੀ ਦੇਖਣ ਵਾਲਾ ਹੈ। ਇਹਦੇ ਵਿੱਚ ਇੰਨੀ ਜ਼ਿਆਦਾ ਮਤਲਬ ਪੁਖਤਗੀ ਹੈ ਉਹਨਾਂ ਦੇ ਆਪਣੇ ਐਂਗਲ ਤੋਂ ਕਿ ਕਿਸੇ ਦੂਜੇ ਬੰਦੇ ਨੂੰ ਸੂਹ ਤੱਕ ਨਹੀਂ ਲੱਗਦੀ ਕਿ ਡੇਰੇ ਦੇ ਵਿੱਚ ਕੀ ਹੋਇਆ। ਸਿਰਫ ਉਹਨਾਂ ਦੇ ਜਿਹੜੇ ਸ਼ਰਧਾਲੂ ਹੈ, ਪੈਰੋਕਾਰ ਹੈ, ਉਹਨਾਂ ਨੂੰ ਹੀ ਪਤਾ ਹੁੰਦਾ ਹੈ, ਤੇ ਉਹ ਵੀ ਉਹ ਗੱਲ ਆਪਣੇ ਦਿਲ 'ਚ ਹੀ ਰੱਖਦੇ ਆ, ਕਿਸੇ ਦੇ ਨਾਲ ਸ਼ੇਅਰ ਨਹੀਂ ਕਰਦੇ ਕਿ ਸਾਨੂੰ ਤਾਂ ਜਿਹੜੇ ਮਹਾਰਾਜ ਜੀ ਆ ਉਹਨਾਂ ਦਾ ਇਹ ਹੁਕਮ ਹੋ ਗਿਆ। ਇਹ ਸਿਰਫ ਉਹਨਾਂ ਨੂੰ ਪਤਾ ਹੁੰਦਾ ਤੇ ਉਹਨਾਂ ਨੇ ਉਸ ਢੰਗ ਦੇ ਨਾਲ ਹੀ ਕੰਮ ਕਰਨਾ ਹੈ, ਚਾਹੇ ਉਹ ਸੇਵਾ ਦਾ ਕੰਮ ਹੈ, ਚਾਹੇ ਉਹ ਵੋਟਾਂ ਦਾ ਕੰਮ ਹੈ, ਚਾਹੇ ਕੋਈ ਵੀ ਕੰਮ ਹੈ, ਉਹ ਉਹਨਾਂ ਉੱਥੋਂ ਹੀ ਉਹਨਾਂ ਨੂੰ ਆਦੇਸ਼ ਮਿਲਣੇ ਹੁੰਦੇ ਆ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਉਹ ਹੁਣ ਅਗਲੀਆਂ 2 ਰੈਲੀਆਂ ਨੇ, 3 ਰੈਲੀਆਂ ਹੋਣਗੀਆਂ, ਉਹਦੇ ਤੋਂ ਬਾਅਦ ਵੋਟਾਂ। ਇਸ ਦੌਰਾਨ ਜੋ ਵੀ ਮੈਸੇਜ ਉੱਥੋਂ ਜਾਣਾ ਹੈ ਉਹ ਉਹਨਾਂ ਦਾ ਚਲਾ ਜਾਏਗਾ, ਕਿਉਂਕਿ ਇਸ ਡੇਰੇ ਦਾ ਕਾਫੀ ਵੱਡਾ ਆਧਾਰ ਹੈ ਔਰ ਉਹਨਾਂ ਦਾ ਇਹਨਾਂ ਦਾ ਵੀ ਆਪਣਾ ਇੱਕ ਸਿਆਸੀ ਵਿੰਗ ਵੀ ਹੈਗਾ ਇਸ ਡੇਰੇ ਦਾ ਵੀ। ਇਹ 1891 ਤੋਂ ਇਹ ਡੇਰਾ ਬਣਿਆ ਹੋਇਆ ਹੈ। ਹਾਲਾਂਕਿ ਜਿਹੜਾ ਇਹਨਾਂ ਦਾ ਸਿਆਸੀ ਵਿੰਗ ਆ ਉਹ ਬਾਅਦ ਦੇ ਵਿੱਚ ਬਣਿਆ, ਪਰ ਇਹਨਾਂ ਦੇ ਵਿੱਚ ਕਾਫੀ ਇਸ ਚੀਜ਼ ਦੀ ਜਿਹੜੀ ਹੈ ਚਰਚਾ ਪੰਜਾਬ ਦੇ ਵਿੱਚ ਜਦੋਂ ਉਹਨਾਂ ਨੇ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਹੋਰਾਂ ਨੇ ਡੇਰਾ ਮੁਖੀ ਦੇ ਨਾਲ, ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਕਾਫੀ ਹਲਚਲ ਹੈ। ਕਿਉਂਕਿ ਜਿਹੜੀ ਹੈ ਡੇਰਾ ਸਿਰਸਾ ਦੇ ਨਾਲ ਵੀ ਮਤਲਬ ਗੱਲਬਾਤ ਜਿਹੜੀ ਹੈ ਕਿਸੇ ਢੰਗ ਦੇ ਨਾਲ ਹੋ ਚੁੱਕੀ ਹੈ ਔਰ ਬਿਨਾਂ ਸ਼ੱਕ ਜੋ ਇਸ਼ਾਰੇ ਜਾ ਰਹੇ ਨੇ, ਜੋ ਸੰਕੇਤ ਮਿਲ ਰਹੇ ਨੇ ਉਹ ਇਹੀ ਨੇ ਕਿ ਉਹਨਾਂ ਦਾ ਵੋਟਰ ਵੀ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਭੁਗਤੇਗਾ ਔਰ ਇਹ ਜਿਹੜਾ ਹੈ ਇਸ ਡੇਰੇ ਦਾ ਵੋਟਰ ਵੀ, ਉਹ ਵੀ ਇਸ ਚੀਜ਼ ਦੀਆਂ ਸੰਭਾਵਨਾਵਾਂ ਬਣ ਰਹੀਆਂ ਨੇ। ਅਜੇ ਅੱਗੋਂ ਕੀ ਹੁੰਦਾ ਕੀ ਨਹੀਂ ਕੋਈ ਖੁਲਾਸਾ ਤੇ ਉਹਨਾਂ ਨੇ ਕਰਨਾ ਨਹੀਂ, ਪਰ ਨਤੀਜਿਆਂ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਵੋਟਰ ਜਿਹੜੇ ਨੇ ਕਿਸ ਪੱਖ ਦੇ ਵਿੱਚ ਭੁਗਤੇ ਨੇ। ਜੀ ਸੰਧੂ ਸਾਹਿਬ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਅੰਮ੍ਰਿਤਸਰ ਵਿੱਚ ਮੀਟਿੰਗ ਕੀਤੀ। ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਹ ਮਿਲੇ ਨੇ, ਬੰਦ ਕਮਰੇ ਵਿੱਚ ਮੀਟਿੰਗ ਹੋਈ। ਇਹਦੀਆਂ ਕੁਝ ਡਿਟੇਲਸ ਪਤਾ ਲੱਗੀਆਂ ਜੀ? ਬਿਲਕੁਲ, ਮੈਂ ਇਹ ਵੀ ਗੱਲ ਮੈਂ ਕਰਨੀ ਲੱਗਾ ਸੀ ਤੁਹਾਡੇ ਨਾਲ ਜੀ, ਤੇ ਤੁਸੀਂ ਬੜਾ ਸੋਹਣਾ ਸਵਾਲ ਪੁੱਛਿਆ। ਇਸ ਮਾਮਲੇ ਦੇ ਵਿੱਚ ਇਸ ਤਰ੍ਹਾਂ ਦੀ ਖਬਰ ਵੀ ਆਈ ਹੈ ਸਾਹਮਣੇ ਕਿ ਉਹਨਾਂ ਨੇ ਮੁਲਾਕਾਤ ਕੀਤੀ ਹੈ, ਜਿਹੜੇ ਗ੍ਰਹਿ ਮੰਤਰੀ ਨੇ ਆਪਣੇ ਭਾਰਤ ਦੇ ਅਮਿਤ ਸ਼ਾਹ ਜੀ, ਉਹ ਅੰਮ੍ਰਿਤਸਰ ਆਏ ਸੀਗੇ। ਅੰਮ੍ਰਿਤਸਰ ਆ ਕੇ ਉਹਨਾਂ ਨੇ ਵਾਲਮੀਕ ਜਿਹੜਾ ਸਥਾਨ ਹੈ, ਤੀਰਥ ਸਥਾਨ, ਉੱਥੇ ਵੀ ਗਏ ਆ, ਦੁਰਗਿਆਣਾ ਮੰਦਿਰ ਵਿੱਚ ਵੀ ਗਏ ਆ। ਤੇ ਉਸ ਤੋਂ ਬਾਅਦ ਜਿਸ ਗੱਲ ਦੀ ਸਭ ਤੋਂ ਜ਼ਿਆਦਾ ਵੱਡੀ ਚਰਚਾ ਹੋਈ ਹੈ ਉਹ ਇਹ ਚਰਚਾ ਹੋਈ ਹੈ ਕਿ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਹੈ, ਉਹਨਾਂ ਦੇ ਨਾਲ ਬੰਦ ਕਮਰੇ ਵਿੱਚ 1 ਘੰਟਾ ਮੁਲਾਕਾਤ ਉਹਨਾਂ ਦੀ ਹੋਈ ਹੈ। ਮੁਲਾਕਾਤ ਬਾਰੇ ਵੀ ਕੁਝ ਨਹੀਂ ਦੱਸਿਆ ਗਿਆ ਬਾਅਦ ਚ ਆ ਕੇ ਕਿ ਕੀ ਗੱਲ ਹੋਈ ਹੈ, ਕੀ ਮੀਟਿੰਗ ਹੋਈ ਹੈ, ਪਰ ਨਿਸ਼ਾਨਾ ਇੱਕੋ ਹੀ ਹੈ। ਜਿਸ ਤਰ੍ਹਾਂ ਆਪਾਂ ਗੱਲ ਵਾਰ-ਵਾਰ ਕਰ ਰਹੇ ਹਾਂ, ਇਹਦੇ ਤੋਂ ਇਲਾਵਾ ਹੋਰ ਕੋਈ ਮਕਸਦ ਨਹੀਂ। ਜੇ ਆਪਾਂ ਗ੍ਰਹਿ ਮੰਤਰੀ ਦੇ ਐਂਗਲ ਤੋਂ ਵੇਖੀਏ ਤੇ ਉਹਨਾਂ ਦਾ ਹੋਰ ਕੋਈ ਮਨੋਰਥ ਨਹੀਂ ਇਸ ਵੇਲੇ। ਉਹ ਪੰਜਾਬ ਦੇ ਵਿੱਚ ਚੋਣਾਂ ਕਰਕੇ ਆਏ ਹੋਏ ਨੇ, ਵੱਖ-ਵੱਖ ਥਾਵਾਂ ਦੇ ਉੱਥੇ ਵਿਚਰ ਰਹੇ ਨੇ, ਰੈਲੀਆਂ ਵੀ ਕਰ ਰਹੇ ਨੇ ਔਰ ਜੋ ਵੀ ਕੁਝ ਉਹਨਾਂ ਦੀ ਕਾਰਗੁਜ਼ਾਰੀ ਹੈ ਇੱਥੇ ਉਹ ਚੋਣਾਂ ਦੇ ਨਜ਼ਰੀਏ ਤੋਂ ਹੈ। ਦੂਜੇ ਪਾਸੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਉਹਨਾਂ ਦੀ ਕੀ ਗੱਲ ਹੋਈ ਹੈ ਇਹ ਭਾਵੇਂ ਚੀਜ਼ ਸਾਹਮਣੇ ਨਹੀਂ ਆਈ, ਪਰ ਕੁਝ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਮਾੜੀ ਮੋਟੀ ਉਹ ਪਤਾ ਲੱਗਿਆ ਕਿ ਜਿਹੜੇ ਜੇਲ੍ਹਾਂ ਦੇ ਵਿੱਚ ਬੰਦੀ ਸਿੱਖ ਨੇ ਉਹਨਾਂ ਦੀ ਰਿਹਾਈ ਵਾਸਤੇ ਕੋਈ ਗੱਲ ਹੋਈ ਹੈ ਕਿ ਬਹੁਤ ਸਾਰੇ ਬੰਦੀ ਸਿੱਖ ਐਸੇ ਨੇ ਜਿਹੜੇ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਨੇ, ਪਰ ਇਸ ਦੇ ਬਾਵਜੂਦ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਉਹਨਾਂ ਦੀ ਰਿਹਾਈ ਦੀ ਮੰਗ ਦੀ ਗੱਲ ਉਠਾਈ ਗਈ ਹੈ ਉੱਥੇ। ਜੀ, ਕੀ ਸੱਚਮੁੱਚ ਅਜਿਹਾ ਹੁੰਦਾ ਕਿ ਨਹੀਂ ਹੁੰਦਾ? ਪਰ ਜੇ ਉਹਨਾਂ ਦੀ ਰਿਹਾਈ ਦੀ ਗੱਲ ਵੀ ਹੁੰਦੀ ਹੈ ਤਾਂ ਉਹਦੇ ਨਾਲ ਬਹੁਤ ਸਾਰੇ ਪਰਿਵਾਰ ਪੰਜਾਬ ਦੇ ਜੁੜੇ ਹੋਣਗੇ, ਉਹਨਾਂ ਤੋਂ ਅੱਗੇ ਰਿਸ਼ਤੇਦਾਰ ਜੁੜੇ ਹੋਣਗੇ। ਜੇ ਉਹ ਇਹ ਸਮਝਦੇ ਨੇ ਕਿ ਇਸ ਸਰਕਾਰ ਦੌਰਾਨ ਜਾਂ ਇਸ ਪਾਰਟੀ ਦੌਰਾਨ ਸਾਡੇ ਲੋਕਾਂ ਦੀ ਰਿਹਾਈ ਹੋਈ ਹੈ, ਕਿਤੇ ਨਾ ਕਿਤੇ ਸੌਫਟ ਕਾਰਨਰ ਥੋੜ੍ਹਾ ਬਹੁਤ ਹੋ ਸਕਦਾ ਹੈ। ਹਾਲਾਂਕਿ ਜਿਸ ਤਰ੍ਹਾਂ ਬਾਕੀ ਡੇਰਿਆਂ ਦੇ ਮੁਖੀ ਨੇ ਨਾ, ਡੇਰਾ ਸਿਰਸਾ ਦੇ ਜਾਂ ਡੇਰਾ ਬਿਆਸ ਦੇ ਜਾਂ ਹੋਰ ਵੀ ਸੰਪਰਦਾਵਾਂ ਹੈਗੀਆਂ ਨੇ, ਹੋਰ ਡੇਰੇ ਵੀ ਹੈਗੇ ਨੇ, ਜਿਵੇਂ ਨਾਮਧਾਰੀਆਂ ਦਾ ਡੇਰਾ ਆ, ਜਿਵੇਂ ਨਿਰੰਕਾਰੀਆਂ ਦਾ ਡੇਰਾ ਆ,
ਜਿਸ ਤਰ੍ਹਾਂ ਨਾਨਕਸਰ ਕਲੇਰਾਂ ਵਾਲਿਆਂ ਦਾ ਡੇਰਾ, ਦਮਦਮੀ ਟਕਸਾਲ ਦਾ ਡੇਰਾ, ਰਾਹਪੁਰ ਬੱਲਾਂ ਦਾ ਡੇਰਾ ਆ, ਉਹ ਸਾਰੇ ਡੇਰਿਆਂ ਦੇ ਜਿਹੜੇ ਮੁਖੀ ਨੇ ਨਾ ਉਹ ਫੈਸਲਾ ਕਰ ਸਕਦੇ ਨੇ ਕਿ ਅਸੀਂ ਵੋਟ ਕਿਹਨੂੰ ਪਾਉਣੀ ਹੈ। ਜੀ। ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਇਹ ਗੱਲ ਕਹਿਣੀ ਤਾਂ ਔਖੀ ਹੋਏਗੀ ਕਿ ਉਹ ਅਨਾਉਂਸ ਕਰ ਸਕਣ ਕਿ ਕਿਸ ਪਾਰਟੀ ਨੂੰ ਵੋਟ ਪਾਉਣੀ ਹੈ, ਕਿਉਂਕਿ ਜੇ ਇਹ ਸ੍ਰੀ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ, ਇੱਥੇ ਸਾਰਾ ਤਾਂ ਇੱਕ ਪਾਰਟੀ ਦਾ ਹੀ ਪ੍ਰਭਾਵ ਜਾਂ ਅਸਰ ਸੂਖ ਹੈ। ਇਸ ਤੋਂ ਪਾਸੇ ਹੋ ਕੇ, ਕਿਉਂਕਿ ਇਸ ਵਾਰੀ ਅਕਾਲੀ ਦਲ ਦੇ ਨਾਲ ਤਾਂ ਭਾਰਤੀ ਜਨਤਾ ਪਾਰਟੀ ਦਾ ਕੋਈ ਗੱਠਜੋੜ ਨਹੀਂ ਤੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਜਿਹੜੀ ਆ ਉਹ ਅੰਦਰ ਖਾਤੇ ਜਾਂ ਗੁੱਪ-ਚੁੱਪ ਢੰਗ ਦੇ ਨਾਲ ਤੇ ਕੋਈ ਥੋੜੀ ਬਹੁਤੀ ਭੁਗਤ ਜਾਵੇ ਤਾਂ ਕਹਿ ਸਕਦੇ ਆ, ਪਰ ਉਹ ਅਨਾਉਂਸ ਨਹੀਂ ਕਰ ਸਕਦੇ। ਹਾਂ, ਜਿਹੜਾ ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਆ ਉਹ ਜ਼ਰੂਰ ਇਫੈਕਟ ਕਰ ਸਕਦਾ, ਅਸਰ ਕਰ ਸਕਦਾ ਹੈ। ਔਰ ਗ੍ਰਹਿ ਮੰਤਰੀ ਹੋਰੀ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਆ ਉਹਨਾਂ ਨੇ ਜ਼ਰੂਰ ਇਸ ਚੀਜ਼ ਦਾ ਕੋਈ ਢੰਗ ਤਰੀਕਾ ਕੱਢਿਆ ਹੋਏਗਾ ਕਿ ਆਖਰਕਾਰ ਇਸ ਮਸਲੇ ਦਾ ਹੱਲ ਕਿਵੇਂ ਕੀਤਾ ਜਾਣਾ ਚਾਹੀਦਾ ਹੈ। ਸੰਧੂ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ। ਕੱਲ ਫਿਰ ਗੱਲਬਾਤ ਹੋਏਗੀ ਜੀ। ਠੀਕ ਹੈ ਜੀ ਵਾਸੂ ਜੀ, ਧੰਨਵਾਦ।